ਹਰ ਨਾਮ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹੈ ਸੇਵਕ ਜਨ ਮਾਨੈ ਪਰਤਖ ਗੁਰੂ ਨਿਸਤਾਰੇ ਬਾਣੀ ਬਿਰਲੋ ਵਿਚਾਰਸੀ ਜੇ ਕੋ ਗੁਰਮੁਖ ਹੋਏ ਇਹ ਬਾਣੀ ਮਹਾਂਪੁਰਖ ਕੀ ਨਿਜ ਘਰ ਵਾਸਾ ਹੋਏ। ਸ਼੍ਰੀ ਰਾਗ ਮਹਿਲਾ ਚੌਥਾ। ਹਉ ਪੰਥ ਦਿਸਾਈ ਨਿਤ ਖੜੀ ਕੋਈ ਪ੍ਰਭ ਦੱਸੇ ਤਿਨ ਜਾਉ ਜਿਨੀ ਮੇਰਾ ਪਿਆਰਾ ਰਾਵਿਆ ਤਿਨ ਪੀਛੇ ਲਾਗ ਫਿਰਾਉ ਕਰ ਮਿੰਨਤ ਕਰ ਜੋਦੜੀ ਮੈਂ ਪ੍ਰਭ ਮਿਲਣ ਕਾ ਚਾਉ ਮੇਰੇ ਭਾਈ ਜਨਾ ਕੋਈ ਮੌਕਾ ਹਰ ਪ੍ਰਭ ਮੇਲ ਮਿਲਾਏ। ਹਾਂ ਸਤਿਗੁਰ ਵਿਟੋਂ ਵਾਰਿਆ ਜਿਨ ਹਰ ਪ੍ਰਭ ਦੀਆ ਦਿਖਾਏ ਰਹਾਉ ਹੋਏ ਨਿਮਾਣੀ ਟੈ ਪਵਾਂ ਪੂਰੇ ਸਤਿਗੁਰ ਪਾਸ ਨਿਮਾਣਿਆ ਗੁਰ ਮਾਣ ਹੈ ਗੁਰ ਸਤਿਗੁਰ ਕਰੇ ਸ਼ਾਬਾਸ਼ ਹਾਂ ਗੁਰ ਸਲਾਹੇ ਮਾਰਜ ਮੈਂ ਮੇਲੇ ਹਰ ਪ੍ਰਭ ਪਾਸ ਸਤਿਗੁਰ ਨੂੰ ਸਭ ਕੋ ਲੋਚਦਾ ਜੇਤਾ ਜਗਤ ਸਭ ਕੋਇ ਬਿਨ ਭਾਗਾਂ ਦਰਸ਼ਨ ਨਾ ਥੀਐ ਭਾਗਹੀਣ ਬਹਿ ਰੋਇ ਜੋ ਹਰ ਪ੍ਰਭ ਭਾਣਾ ਸੋ ਥੀਆ ਤੁਰ ਲਿਖਿਆ
न मेटै कोय। आपे सतगुर आप हर, आपे मेल मिलाए। आप दया कर मेल सीम, गुर सतगुर पीछे पाए। सब जग जीवन जग आप है, नानक जल जल समाए। आपे सतगुर आप हर, आपे मेल मिलाए। आप दया कर मेल सीम, गुर सतगुर पीछे पाए। सब जग जीवन जग आप है, नानक जल जल समाए। वाहिगुरु जी का खालसा, वाहिगुरु जी की फतेह। ये पावन शब्द जो श्री राग अंदर चौथे पातशाह गुरु रामदास महाराज जी के पवित्र मुख तो उच्चारण होया, श्री गुरु ग्रंथ साहिब पातशाह महाराज जी के 41 अंग ते दर्ज है। इस शब्द की विचार सिख कौम के महान विद्वान भाई जीवा सिंह जी दमदमी टकसाल वाले आप जी नूं सरवण करवाउणगे। एक दिन का उन्हां दा समा है। साडे पास प्रबंधक सेवादारां वल्लों बहुत बहुत धन्यवाद। अज तो सोदर रहरा साहब जी के पाठ का समा तब्दील होवेगा। 6:30 बजे पाठ की आरंभता होएगी। 7:15 बजे तक अरदास श्री मुख वाक का समा रहेगा और महाराज के सुखासन जो दरबार की संपूर्णता है वो रात को 10 बजे होया करेगी। अगले 15 दिन वास्ते फिर समा तब्दील होएगा। 15 तरीक को गुरु अंगद देव महाराज जी का गुरता गद्दी गद्दी निशानी गुरपुरब है। 17 तरीक को संगरांद है। 20 तरीक को जगत गुरु गुरु नानक साहब महाराज जी का ज्योति जोत समाउण का गुरपुरब है। आप जी ने इन्हां सारे समयां ते सेवा करके हाजरियां भर के गुरु कियां बख्शिशां प्राप्त करनियां। गुरु घर की सेवा दे विच गुरु के लंगरां वास्ते रसद कड़ा प्रसाद की देग वास्ते देसी घ्यो, बाला साहब हॉस्पिटल वास्ते बैड तो लैके वेंटीलेटर तक कोई भी सेवा आप जी भेज सकते हो। इमारत की सेवा जथेदार बाबा बचन सिंह जी करवा रहे हैं। अगले समय वास्ते गुरबाणी विचार सरवण करिए जी। वाहिगुरु जी का खालसा, वाहिगुरु जी की फतेह। श्री वाहिगुरु साहिब जीओ। मूक उचरै शास्त्र खट, पिंग गिरन चढ़ जाए।
ਅੰਧ ਲਖੈ ਬਦਰੋ ਸੁਣੈ, ਜੋ ਕਾਲ ਕਿਰਪਾ ਕਰਾਏ। ਕਿਰਪਾ ਕਰਹੁ ਦੀਨ ਕੇ ਦਾਤੇ, ਮੇਰਾ ਗੁਣ ਅਵਗੁਣ ਨਾ ਵਿਚਾਰੋ ਕੋਈ। ਬੇਸ਼ੁਮਾਰ ਅਥਾਹ ਤਿਉ ਨਾਨਕ ਦਾਸ ਬੋਲੇ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸ੍ਰੀ ਰਾਗ ਮਹੱਲਾ ਚੌਥਾ। ਹਉ ਪੰਥ ਦਸਾਈ ਨਿਤ ਖੜੀ, ਕੋਈ ਪ੍ਰਭ ਦੱਸੇ ਤਿਨ ਜਾਓ। ਜਿਨੀ ਮੇਰਾ ਪਿਆਰਾ ਰਾਵਿਆ, ਤਿਨ ਪੀਛੇ ਲਾਗ ਫਿਰਾਓ। ਹਉ ਪੰਥ ਦਸਾਈ ਨਿਤ ਖੜੀ, ਪਰਮ ਸਨਮਾਨਿਓ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ। ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਉਟਿਆਂ ਦੀ ਓਟ, ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਹਾਜ਼ਰੀਆਂ ਭਰ ਕੇ ਸਾਡੇ ਵੱਡੇ ਭਾਗ ਨੇ ਕਿ ਇਹ ਸਮਾਂ ਸਫਲਾ ਹੋ ਰਿਹਾ ਹੈ। ਆਓ ਬੜੇ ਪ੍ਰੇਮ ਦੇ ਨਾਲ ਜੋ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੀ ਕਥਾ ਵਿਚਾਰ ਆਪ ਸੰਗਤ ਹਰ ਰੋਜ਼ ਸ਼ਰਵਣ ਕਰਦੇ ਹੋ, ਗੁਰਮਤਿ ਵਿਚਾਰ ਕਰਨ ਦੀ ਆਪ ਸੰਗਤ ਬਖਸ਼ਿਸ਼ ਕਰੋ, ਅਸੀਸ ਬਖਸ਼ੋ। ਸਤਿਗੁਰੂ ਜੀ ਦੇ ਚਰਨਾਂ ਵਿੱਚ ਹਾਜ਼ਰੀ ਲਵਾਈਏ, ਗੱਜ ਕੇ ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਪਵਿੱਤਰ ਸ਼ਬਦ ਸ਼੍ਰੀ ਰਾਗ ਅੰਦਰ ਸੋਢੀ ਸੁਲਤਾਨ ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਦੇ ਹੋਏ ਉਸ ਵਾਹਿਗੁਰੂ ਪਰਮੇਸ਼ਰ ਅੱਗੇ ਬੇਨਤੀ ਕਰਨੀ ਸਿਖਾਉਂਦੇ ਹਨ ਕਿ ਪਰਮਾਤਮਾ ਦੇ ਨਾਲ ਪੂਰਾ ਸਤਿਗੁਰੂ ਮਿਲਾ ਸਕਦਾ ਹੈ ਅਤੇ ਪੂਰਾ ਸਤਿਗੁਰੂ ਅਰਦਾਸਾਂ ਬੇਨਤੀਆਂ ਕਰਨ ਕਰਕੇ ਹੀ ਪ੍ਰਾਪਤ ਹੁੰਦਾ ਹੈ। ਵੈਸੇ ਗੁਰਬਾਣੀ ਅੰਦਰ ਜੇ ਇਹ ਮਨ ਦੇ ਵਿੱਚ ਸਵਾਲ ਪੈਦਾ ਹੋਵੇ ਵੀ ਪੂਰਾ ਸਤਿਗੁਰੂ ਕਿਸ ਨੂੰ ਕਹਿੰਦੇ ਹਨ, ਤਾਂ ਇਸ ਤਰ੍ਹਾਂ ਦੀਆਂ ਵੀ ਬੇਅੰਤ ਹੀ ਗੁਰਬਾਣੀ ਦੀਆਂ ਸੁੰਦਰ ਪੰਕਤੀਆਂ ਦੇ ਜਿਨ੍ਹਾਂ ਵਿੱਚ ਸਤਿਗੁਰੂ ਦੇ ਲੱਛਣ ਕੀਤੇ ਗਏ ਨੇ। ਉਦਾਹਰਣ ਦੇ ਤੌਰ 'ਤੇ ਜਿਸ ਮਿਲਿਆ ਹੋਏ ਆਨੰਦ ਸੋ ਸਤਿਗੁਰ ਕਹੀਐ।
ਜਿਸ ਨੂੰ ਮਿਲਣ ਕਰਕੇ ਦਵੈਤ ਦੂਜਾ ਪਨ ਮੇਰ ਤੇਰ ਖਤਮ ਹੋ ਜਾਵੇ, ਜਿਸ ਦੇ ਮੱਥੇ ਲੱਗਿਆ ਮਨ ਸ਼ਾਂਤ ਹੋ ਜਾਵੇ, ਮਨ ਦੀ ਦੁਬਿਧਾ ਖਤਮ ਹੋ ਜਾਵੇ, ਬਿਨਸ ਜਾਵੇ, ਉਸ ਨੂੰ ਗੁਰਬਾਣੀ ਨੇ ਪੂਰਾ ਸਤਿਗੁਰੂ ਕਿਹਾ ਹੈ। ਇੱਕ ਵਾਹਿਗੁਰੂ ਪਰਮੇਸ਼ਰੀ, ਇੱਕ ਵਾਹਿਗੁਰੂ ਪਰਮੇਸ਼ਰ ਦੀ ਸੱਤਾ ਰਹਿ ਜਾਵੇ। ਜਿਵੇਂ ਕਿਸੇ ਰਾਜਾ ਦਾ ਪ੍ਰਸੰਗ ਬੜਾ ਸੁੰਦਰ ਆਉਂਦਾ ਹੈ। ਕੋਈ ਸੱਜਣ ਕਹਿੰਦੇ ਨੇ ਵੀ ਮਹਾਰਾਜਾ ਜਨਕ ਸਾਹਿਬ ਸਿੰਘਾਸਣ ਉੱਤੇ ਬੈਠੇ ਸਨ, ਨੀਂਦ ਆ ਗਈ। ਜ਼ਿਆਦਾ ਦੇਰ ਬੈਠਣ ਦੇ ਨਾਲ ਕੁਦਰਤੀ ਹੈ ਨੀਂਦ ਆਉਣੀ ਹੈ। ਬੈਠੇ ਤੇ ਸੋਨੇ ਦੇ ਸਿੰਘਾਸਣ ਉੱਤੇ ਨੇ, ਪਰ ਸੁਪਨਾ ਇੱਕ ਇਹੋ ਜਿਹਾ ਚੱਲ ਪਿਆ ਕਿ ਉਸ ਵਿੱਚ ਬੜਾ ਭਾਰੀ ਦੁੱਖ ਉਠਾਉਂਦੇ ਨੇ। ਉਸ ਦੁੱਖ ਕਰਕੇ ਜਾਗ ਖੁੱਲੀ ਤਾਂ ਬੜੇ ਹੈਰਾਨ ਹੋਏ ਵੀ ਬੈਠਾ ਤੇ ਮੈਂ ਸੋਨੇ ਦੇ ਸਿੰਘਾਸਣ ਉੱਤੇ ਹਾਂ, ਮਖਮਲੀ ਸੇਜਾਂ ਉੱਤੇ ਆ, ਪਰ ਸੁਪਨੇ ਦੇ ਵਿੱਚ ਬੜਾ ਭਾਰੀ ਦੁੱਖ ਉਠਾਉਂਦਾ ਪਿਆ। ਭਿਖਾਰੀ ਵਰਗੇ ਹਾਲਾਤ ਬਣ ਗਏ। ਫਿਰ ਕੁਝ ਚਿਰ ਬਾਅਦ ਫਿਰ ਨੀਂਦ ਆਉਂਦੀ ਹੈ। ਨੀਂਦ ਬੜੀ ਮਿੱਠੀ ਹੈ, ਪਰ ਫਿਰ ਉਹੋ ਹੀ ਸੁਪਨਾ ਦੁਬਾਰਾ ਸ਼ੁਰੂ ਹੋ ਜਾਂਦਾ ਹੈ। ਫਿਰ ਸੁਪਨੇ ਦੇ ਕਰਕੇ ਜੋ ਸੁਪਨੇ ਵਿੱਚ ਦੁੱਖ ਪ੍ਰਤੀਤ ਹੋਇਆ ਉਹਦੇ ਨਾਲ ਫਿਰ ਨੀਂਦ ਖੁੱਲ੍ਹਦੀ ਹੈ। ਤਾਂ ਸਮਝ ਦੇ ਵਿੱਚ ਨਾ ਆਈ ਇਹ ਜ਼ਿੰਦਗੀ ਸੱਚੀ ਹੈ, ਇਹ ਸੁਪਨੇ ਵਾਲੀ ਸੱਚੀ ਹੈ। ਇਹ ਸਵਾਲ ਆਪਣੇ ਮਨ ਦੇ ਵਿੱਚ ਲੈ ਕੇ ਇਹ ਸੱਚਾ ਕਿ ਉਹ ਸੱਚਾ, ਬੜੇ ਬੜੇ ਵਿਦਵਾਨਾਂ ਨੂੰ ਸਵਾਲ ਕੀਤਾ ਪਰ ਕੋਈ ਜਵਾਬ ਨਾ ਦੇ ਸਕਿਆ। ਤਾਂ ਇਹੋ ਜਿਹੇ ਜਵਾਬ ਜਿਹੜੇ ਨੇ ਇਹ ਪੂਰੇ ਗੁਰੂ ਦੇ ਪਾਸ ਹੀ ਹੁੰਦੇ ਨੇ। ਅਖੀਰ ਕੋਈ ਪੂਰਨ ਗੁਰੂ, ਕੋਈ ਮਹਾਤਮਾ ਜਾਂ ਕਹਿੰਦੇ ਅਸ਼ਟਾਵਕਰ ਜੀ ਆਏ। ਪਹਿਲਾਂ ਤੇ ਭਰੋਸਾ ਨਾ ਹੋਇਆ, ਇਹ ਕੀ ਮੇਰੇ ਸਵਾਲਾਂ ਦਾ ਜਵਾਬ ਦੇਵੇਗਾ ਜਿਹਦਾ ਆਪਦਾ ਸਰੀਰ ਸੈੱਟ ਨਹੀਂ ਹੈ, ਜਿਹਦੇ ਆਪਦੇ ਸਰੀਰ 'ਤੇ ਹੀ ਇੰਨਾ ਕਸ਼ਟ ਹੈ। ਇਹ ਮੇਰੀ ਕੀ ਨਿਸ਼ਾ ਕਰਾਵੇਗਾ, ਮੈਨੂੰ ਕੀ ਸੁੱਖ ਦੇਵੇਗਾ। ਪਰ ਫਿਰ ਜਦੋਂ ਸਵਾਲ ਕੀਤਾ ਇਹ ਸੱਚਾ ਕਿ ਉਹ ਸੱਚਾ, ਤਾਂ ਅਸ਼ਟਾਵਕਰ ਜੀ ਬ੍ਰਹਮ ਗਿਆਨੀ ਸਨ। ਉਹ ਸਮਝ ਗਏ ਉਸੇ ਵੇਲੇ ਕਿ ਵਿਚਲੀ ਗੱਲ ਲੁਕਾਉਂਦਾ ਹੈ, ਅਸਲੀਅਤ ਕਿਸੇ ਨੂੰ ਦੱਸਦਾ ਨਹੀਂ। ਤਾਂ ਅੰਤਰਜਾਮੀ ਸਨ, ਬ੍ਰਹਮ ਸਰੂਪ ਸਨ। ਤਾਂ ਹੱਸ ਕੇ ਕਹਿਣ ਲੱਗੇ ਨਾ ਉਹ ਸੱਚਾ ਨਾ ਇਹ ਸੱਚਾ। ਕਹਿੰਦੇ ਜੀ ਫਿਰ ਸੱਚਾ ਕਿਹੜਾ ਹੈ? ਨਾ ਤੇ ਸੁਪਨਿਆਂ ਵਾਲਾ ਸੰਸਾਰ ਸੱਚਾ, ਤੇ ਨਾ ਇਹ ਇੰਦਰੀਆਂ ਵਾਲਾ ਬਾਹਰਲਾ ਸੰਸਾਰ ਜਿਹਨੂੰ ਸਾਡੀਆਂ ਇੰਦਰੀਆਂ ਜਾਗ ਕੇ ਅੱਖ ਨੱਕ ਕੰਨ ਮਹਿਸੂਸ ਕਰਦੇ ਨੇ, ਇਹ ਸੱਚਾ। ਇਹ ਦੋਵੇਂ ਹੀ ਜਿਹੜੀਆਂ ਸੱਤਾਂ ਨੇ ਕਾਲਪਿਕ ਨੇ, ਮਿਥਿਆ ਹੈ। ਤਾਂ ਫਿਰ ਸੱਚਾ ਕੌਣ? ਕਹਿੰਦੇ ਇਹਨਾਂ ਦੋਵਾਂ ਨੂੰ ਦੇਖਣ ਵਾਲਾ ਸੱਚਾ, ਜਿਹੜਾ ਦੋਨਾਂ ਨੂੰ ਦੇਖਦਾ ਪਿਆ ਹੈ। ਜਿਵੇਂ ਗੁਰਬਾਣੀ ਦੇ ਵਿੱਚ ਉਦਾਹਰਨ ਦਿੱਤੀ ਨਾ ਸਮੁੰਦਰ ਰੜਕਣ ਦੀ, ਸਮੁੰਦਰ ਨੂੰ ਰਿੜਕਦੇ ਨੇ ਦੇਵੀ ਦੇਵਤੇ ਰਲ ਕੇ। ਤਾਂ ਉਹ ਕਈ ਵਾਰੀ ਸਮਝ ਦੇ ਵਿੱਚ ਨਹੀਂ ਆਉਂਦਾ ਕਿ ਸਮੁੰਦਰ ਦੇ ਵਿੱਚੋਂ ਜ਼ਹਿਰ ਨਿਕਲਦਾ ਹੈ। ਤਾਂ ਉਹਦੀ ਵਿਆਖਿਆ ਕਿਸੇ ਮਹਾਤਮਾ ਨੇ ਬੜੀ ਸੁੰਦਰ ਕੀਤੀ ਹੈ। ਜਦੋਂ ਉਸ ਜ਼ਹਿਰ ਨੂੰ ਕੋਈ ਪੀਵੇਗਾ
ਜਰ ਜਾਵੇਗਾ ਤਾਂ ਫੇਰ ਕੀ ਨਿਕਲੇਗਾ? ਅੰਮ੍ਰਿਤ ਨਿਕਲੇਗਾ। ਤਾਂ ਜਿਹੜਾ ਸੰਸਾਰ ਦਾ ਦੁੱਖ ਸੁੱਖ ਜਰ ਜਾਵੇਗਾ, ਉਸ ਨੂੰ ਕਿਸ ਚੀਜ਼ ਦੀ ਪ੍ਰਾਪਤੀ ਹੋਵੇਗੀ? ਤਾਂ ਗ੍ਰੰਥ ਜਵਾਬ ਦਿੰਦੇ ਫਿਰ ਕਹਿੰਦੇ ਉਹਨੂੰ ਅੰਮ੍ਰਿਤ ਦੀ ਪ੍ਰਾਪਤੀ ਹੋਵੇਗੀ। ਨਾ ਇਹੀ ਸੱਚਾ ਹੈ ਤੇ ਨਾ ਉਹੀ ਸੱਚਾ ਹੈ। ਜਿਵੇਂ ਸੁਪਨੇ ਦਾ ਸੰਸਾਰ ਮਿਥਿਆ ਹੈ, ਇਸੇ ਤਰ੍ਹਾਂ ਇਹ ਵੀ ਸੰਸਾਰ ਮਿਥਿਆ ਹੈ। ਸੱਤਾ ਇੱਕ ਹੀ ਹੈ ਪਰਮੇਸ਼ਰ ਦੀ, ਹੈ ਇੱਕ ਵਾਹਿਗੁਰੂ। ਜਦੋਂ ਤੇ ਅਸੀਂ ਮੋਹ 'ਚ ਹੁੰਦੇ ਹਾਂ, ਉਦੋਂ ਸਾਨੂੰ ਸੰਸਾਰ ਬਣ ਕੇ ਦਿਖਾਈ ਦਿੰਦਾ। ਜਦੋਂ ਅਸੀਂ ਮੋਹ ਤੋਂ ਪਾਸੇ ਹੁੰਦੇ ਹਾਂ ਤਾਂ ਸਭ ਕੁਝ ਸਾਨੂੰ ਨਿਰੰਕਾਰ ਵਾਹਿਗੁਰੂ ਪਰਮੇਸ਼ਰ ਜਿਹੜਾ ਹੈ ਉਹ ਬਣ ਕੇ ਦਿਖਾਈ ਦਿੰਦਾ। ਹੋਰ ਕੋਈ ਸੱਤਾ ਬਦਲਦੀ ਨਹੀਂ ਹੈ। ਮੋਹ ਕਰਕੇ ਸੰਸਾਰ ਹੈ ਅਤੇ ਵਿਰਾਗ ਕਰਕੇ ਵਾਹਿਗੁਰੂ ਪਰਮੇਸ਼ਰ ਹੈ। ਇਸ ਤਰ੍ਹਾਂ ਇਹ ਜਿਹੜੇ ਸਵਾਲ ਨੇ, ਤਾਂ ਅਸ਼ਟਾਵਕਰ ਜੀ ਕਹਿਣ ਲੱਗੇ ਜਿਹੜਾ ਦੋਵਾਂ ਨੂੰ ਦੇਖਦਾ, ਦੋਵਾਂ ਦੇ ਵਿਚਾਲੇ ਆ, ਉਹ ਸੱਚਾ ਹੈ। ਉਹਦੀ ਖੋਜ ਕਰ, ਉਹਦੀ ਭਾਲ ਕਰ। ਇਤਿਹਾਸ ਦੇ ਵਿੱਚ ਵੀ ਕਲਗੀਧਰ ਮਹਾਰਾਜ ਦਾ ਬੜਾ ਸੁੰਦਰ ਪ੍ਰਸੰਗ ਆਉਂਦਾ ਹੈ। ਪੀਰ ਬੁੱਧੂ ਸ਼ਾਹ, ਜਿਸ ਨੇ ਬੜੀ ਬੰਦਗੀ ਕੀਤੀ, ਕਮਾਈ ਕੀਤੀ, ਇੱਕ ਜਗ੍ਹਾ ਤੇ ਆਣ ਕੇ ਸ਼ੰਕਾ ਜਿਹੜਾ ਸੀ ਉਹ ਬਿਲਕੁਲ ਹੀ ਫਸ ਗਿਆ। ਪ੍ਰਸ਼ਨ ਵੀ ਜੀਵ ਆਤਮਾ ਤੇ ਪਰਮਾਤਮਾ ਦੋਵੇਂ ਇੱਕ ਆ। ਜੇ ਮੈਂ ਤੇ ਮੇਰੀ ਆਤਮਾ ਤੇ ਪਰਮਾਤਮਾ ਇੱਕ ਆ ਤੇ ਫਿਰ ਮੈਂ ਦੁਖੀ ਕਿਉਂ, ਸੁਖੀ ਕਿਉਂ ਨਹੀਂ ਹੁੰਦਾ? ਜਿਹੜਾ ਸੁੱਖ ਅਸਲੀ ਹੈ, ਜਿਹੜਾ ਕਿਸੇ ਤਰ੍ਹਾਂ ਘਟਦਾ ਵੱਧਦਾ ਨਹੀਂ, ਉਹ ਮੈਨੂੰ ਕਿਉਂ ਨਹੀਂ ਪ੍ਰਾਪਤ ਹੁੰਦਾ? ਨਾਲੇ ਧਾਰਮਿਕ ਗ੍ਰੰਥ ਕਹਿੰਦੇ ਆਤਮਾ ਹੀ ਪਰਮਾਤਮਾ ਹੈ, ਫਿਰ ਮੇਰੀ ਆਤਮਾ ਦੁਖੀ ਕਿਉਂ? ਤਾਂ ਕਲਗੀਧਰ ਮਹਾਰਾਜ ਦੇ ਪਾਸ ਗਏ, ਦੂਰੋਂ ਦਰਸ਼ਨ ਕੀਤੇ। ਮਨ ਦੀ ਇੱਛਾ ਸੀ ਕੋਈ ਐਸਾ ਮਹਾਂਪੁਰਸ਼ ਮਿਲੇ ਜਿਹੜਾ ਇਸ ਗੱਲ ਦਾ ਜਵਾਬ ਦੇਵੇ। ਦੂਰੋਂ ਦਰਸ਼ਨ ਕੀਤਿਆਂ ਐਸਾ ਦਰਸ਼ਨ ਮਹਾਰਾਜ ਦਾ ਖਿੱਚ ਪਈ ਵੀ ਜਾ ਕੇ ਚਰਨਾਂ ਤੇ ਢਹਿ ਪਵਾਂ। ਪਰ ਜਿਹੜੀ ਹਉਮੈ ਸੀ ਅੰਦਰ, ਉਹ ਆਣ ਕੇ ਖਲੋ ਗਈ। ਬੁੱਧੂ ਸ਼ਾਹ ਕੀ ਕਰਦਾ? ਇੰਨੇ ਤੇਰੇ ਪੀਰ ਦੇ ਚੇਲੇ ਨੇ, ਇੰਨੇ ਤੇਰੇ ਮੁਰੀਦ ਨੇ, ਸਰਕਾਰੇ ਦਰਬਾਰੇ ਲੋਕ ਤੇਰਾ ਮਾਣ ਕਰਦੇ ਐ, ਤੂੰ ਆਪ ਤੋਂ ਛੋਟੀ ਉਮਰ ਵਾਲੇ ਗੁਰੂ ਦੇ ਪੈਰਾਂ ਤੇ ਡਿੱਗੇਗਾ? ਇੱਦਾਂ ਤਾਂ ਸੋਹਣਾ ਨਹੀਂ ਲੱਗਣਾ, ਇੱਜ਼ਤ ਜੀ ਘਟ ਜਾਣੀ ਹੈ। ਇਸ ਕਰਕੇ ਮੱਥਾ ਟੇਕਣ ਦੀ ਬਜਾਏ ਅੱਗੇ ਹੱਥ ਮਿਲਾਉਣ ਵਾਸਤੇ ਹੱਥ ਵਧਾਤਾ। ਤਾਂ ਮਹਾਰਾਜ ਨੂੰ ਬੇਨਤੀ ਕੀਤੀ ਕਿ ਮਹਾਰਾਜ ਜਿਹੜੀ ਹਉਮੈ ਆ ਸਾਡੇ ਅੰਦਰ, ਮੈਂਪਣਾ ਹੈ, ਇਹੀ ਤੇ ਆਤਮਾ ਵਾ, ਇਹੀ ਪਰਮਾਤਮਾ ਵਾ। ਇਹਦਾ ਸਰੂਪ ਹੀ ਪਰਮਾਤਮਾ ਮੰਨਿਆ ਗਿਆ ਹੈ, ਫਿਰ ਅਸੀਂ ਦੁਖੀ ਸੁਖੀ ਕਿਉਂ? ਮਹਾਰਾਜ ਕਹਿੰਦੇ ਜਿਵੇਂ ਦਿਨ ਤੇ ਰਾਤ ਦਾ ਮੇਲ, ਇਸ ਤਰ੍ਹਾਂ। ਕਹਿੰਦਾ ਜੀ ਇਸ ਤਰ੍ਹਾਂ ਕਿਸ ਤਰ੍ਹਾਂ ਹੋ ਸਕਦਾ ਹੈ? ਜਦੋਂ ਦਿਨ ਆਉਂਦਾ ਉਦੋਂ ਰਾਤ ਨਹੀਂ ਰਹਿੰਦੀ, ਜਦੋਂ ਰਾਤ ਹੁੰਦੀ ਹੈ ਉਦੋਂ ਦਿਨ ਦੀ ਰਹਿੰਦਾ। ਮਹਾਰਾਜ ਕਹਿੰਦੇ ਤੁਸੀਂ ਜਾਣਦੇ ਤਾਂ ਹੋ, ਬਿਲਕੁਲ ਇਸੇ ਤਰ੍ਹਾਂ ਹੀ ਜਿਵੇਂ ਦਿਨ ਹੁੰਦਾ ਰਾਤ ਨਹੀਂ ਰਹਿੰਦੀ, ਰਾਤ ਹੁੰਦੀ ਦਿਨ ਦੀ ਰਹਿੰਦਾ। ਸਮਝ ਨਹੀਂ ਆਈ, ਹਿੰਮਤ ਵੀ ਨਹੀਂ ਪਈ, ਮਹਾਰਾਜ ਮੇਰੇ ਗੱਲ ਪੱਲੇ ਨਹੀਂ ਪਈ। ਪੁੱਛਣ ਦਾ ਮਨ ਕਰਦਾ ਸੀ ਵੀ ਕਿਰਪਾ ਕਰਕੇ ਦੱਸੋ, ਪਰ ਜਿਹੜੀ ਅੰਦਰ
ਹਉਮੈ ਸੀ ਵੀ ਮੈਂ ਤਾਂ ਪੀਰ ਹਾਂ। ਉਹਨੇ ਆਖਿਆ ਹੁਣ ਤੂੰ ਦੁਬਾਰਾ ਸਵਾਲ ਕਰਕੇ ਬੇਇੱਜ਼ਤੀ ਕਰਾਉਣੀ ਆ ਸਾਰੀ ਸਭਾ 'ਚ। ਤਾਂ ਮਹਾਰਾਜ ਕਹਿਣ ਲੱਗੇ, ਪੀਰ ਜੀ ਜਿੰਨਾ ਚਿਰ ਕੂੜ ਦੀ ਪਾਲ ਨਹੀਂ ਨਾ ਕੱਢਦਾ ਅੰਦਰੋਂ, ਓਨਾ ਚਿਰ ਨਹੀਂ। ਜਦੋਂ ਇਹ ਹਉਮੈ, ਇਹ ਮੈਂਪਣਾ ਬ੍ਰਹਮ ਦੇ ਸਨਮੁਖ ਹੁੰਦਾ, ਪਰਮੇਸ਼ਰ ਦਾ ਦਰਸ਼ਨ ਕਰਦਾ ਹੈ, ਤਾਂ ਇਹਦੇ ਵਿੱਚੋਂ ਜੀਵ ਪੁਣਾ ਆਪਣੇ ਆਪ ਹੀ ਖਤਮ ਹੋ ਜਾਂਦਾ ਤੇ ਬਸ ਆਤਮ ਪੁਣਾ ਹੀ ਰਹਿ ਜਾਂਦਾ ਹੈ। ਬ੍ਰਹਮ ਦੇ ਗੁਣ ਆ ਜਾਂਦੇ ਹਨ। ਤੇ ਜਿੰਨਾ ਚਿਰ ਇਹ ਵਾਹਿਗੁਰੂ ਦੇ ਸਨਮੁਖ ਨਹੀਂ ਹੁੰਦੀ ਇਹ ਬੁੱਧੀ, ਇਹ ਹਉਮੈ, ਉਹਨਾਂ ਚਿਰ ਇਹਦੇ ਵਿੱਚ ਦੁੱਖ ਸੁੱਖ ਜਿਹੜਾ ਉਹ ਬਣਿਆ ਰਹਿੰਦਾ ਹੈ। ਕਿਉਂ ਇਹ ਸਭ ਕੁਝ ਫਿਰ ਇਹਦੇ ਅਧੀਨ ਹੋ ਜਾਂਦਾ ਨਾ, ਵੀ ਮੈਂ ਬਾਣੀ ਪੜ੍ਹਦਾ ਹਾਂ, ਮੈਂ ਸੇਵਾ ਕਰਦਾ ਹਾਂ, ਬਾਣੀ ਪੜ੍ਹਨ ਦੇ ਬਾਵਜੂਦ ਵੀ, ਸੇਵਾ ਕਰਨ ਦੇ ਬਾਵਜੂਦ ਵੀ ਇਹ ਸਭ ਕੁਝ ਹਉਮੈ ਦੇ ਅਧੀਨ ਹੋਣ ਕਰਕੇ ਅਸਲੀ ਸੁੱਖ ਨਹੀਂ ਪ੍ਰਾਪਤ ਹੁੰਦਾ। ਤਾਂ ਇਸ ਤਰ੍ਹਾਂ ਦੇ ਸਵਾਲਾਂ ਦੇ ਜਵਾਬ, ਡੂੰਘੀ ਗੱਲ, ਜਿੱਥੇ ਜਾ ਕੇ ਪਤਾ ਹੀ ਨਹੀਂ ਲੱਗਦਾ ਵੀ ਮੇਰੇ ਅੰਦਰ ਕੌਣ ਬੋਲਦਾ ਪਿਆ ਹੈ। ਹਉਮੈ ਬੋਲਦੀ ਪਈ ਕਿ ਪਰਮਾਤਮਾ ਬੋਲਦਾ ਪਿਆ ਹੈ, ਜੀਵ ਬੋਲਦਾ ਪਿਆ ਕਿ ਬ੍ਰਹਮ ਬੋਲਦਾ ਪਿਆ ਹੈ। ਤਾਂ ਇਹਨਾਂ ਸਵਾਲਾਂ ਦੇ ਜਵਾਬ ਕਿੱਥੋਂ ਮਿਲਣ? ਤਾਂ ਧੰਨ ਗੁਰੂ ਰਾਮਦਾਸ ਸਾਹਿਬ ਫਿਰ ਜਵਾਬ ਦਿੰਦੇ ਵੀ ਇਹਨਾਂ ਸਵਾਲਾਂ ਦੇ ਜਵਾਬ ਤੇ ਸਿਰਫ ਗੁਰੂ ਸਾਹਿਬ ਦੇ ਸਕਦੇ। ਜਿਹੜਾ ਉਸ ਵਾਹਿਗੁਰੂ ਨੂੰ ਮਿਲਿਆ ਉਹ ਹੀ ਇਹ ਘੁੰਡੀ ਜਿਹੜੀ ਹੈ ਉਹ ਖੋਲ੍ਹ ਸਕਦਾ ਹੈ, ਹੋਰ ਤਾਂ ਕਿਸੇ ਦੇ ਵੱਸ ਦੀ ਗੱਲ ਨਹੀਂ ਹੈ। ਤਾਂ ਉਹ ਪੂਰਾ ਸਤਿਗੁਰੂ ਕਿਸ ਤਰ੍ਹਾਂ ਪ੍ਰਾਪਤ ਹੋਵੇ? ਜਿਵੇਂ ਉਪਨਿਸ਼ਦਾਂ ਦੇ ਵਿੱਚ ਬੜੀ ਸੁੰਦਰ ਪੰਕਤੀ ਆਉਂਦੀ ਹੈ ਵੀ ਨਾ ਅਯਮ ਆਤਮਾ ਪ੍ਰਵਚਨੇਨ ਨਾ ਬੁੱਧਿਆ ਨਾ ਬਹੁਧਾ ਸ਼ਰੁਤੇਨ। ਇਹ ਜਿਹੜੀ ਆਤਮਾ ਵਾ ਨਾ ਤੇ ਇਹ ਬਹੁਤਾ ਪੜ੍ਹਨ ਦੇ ਨਾਲ ਲੱਭਦੀ ਆ, ਨਾ ਇਹ ਬਹੁਤਾ ਯਤਨ ਕਰਨ ਦੇ ਨਾਲ ਲੱਭਦੀ ਹੈ, ਨਾ ਇਹ ਬਹੁਤੀਆਂ ਸਿਆਣਪਾਂ ਨਾਲ ਲੱਭਦੀ ਹੈ, ਤੇ ਨਾ ਇਹ ਬਹੁਤਾ ਸੁਣਨ ਦੇ ਨਾਲ ਲੱਭਦੀ ਹੈ। ਤਾਂ ਫਿਰ ਕਹਿੰਦੇ ਜੀ ਲੱਭਦੀ ਕਿਸ ਤਰ੍ਹਾਂ? ਇਹੀ ਤੇ ਸਾਧਨ ਆ, ਪੜ੍ਹੋ, ਗ੍ਰੰਥਾਂ ਦੀਆਂ ਸਿਆਣਪਾਂ ਇਕੱਠੀਆਂ ਕਰੋ, ਬਹੁਤਾ ਸੁਣੋ। ਕਹਿੰਦੇ ਇਸ ਤਰ੍ਹਾਂ ਨਹੀਂ ਲੱਭਦੀ, ਇਹ ਇਸ ਤਰ੍ਹਾਂ ਲੱਭਦੀ ਹੈ ਜਿਨ੍ਹਾਂ ਨੂੰ ਇਹ ਪਹਿਲਾਂ ਲੱਭ ਚੁੱਕੀ ਜੇ ਉਹਨਾਂ ਦੇ ਚਰਨ ਫੜੇ ਜਾਣ, ਜਿਨ੍ਹਾਂ ਨੂੰ ਇਹ ਪਹਿਲਾਂ ਮਿਲ ਚੁੱਕੀ ਹੈ, ਜਿਨ੍ਹਾਂ ਨੂੰ ਇਸ ਆਤਮਾ ਨੇ ਪਹਿਲਾਂ ਆਪਣਾ ਆਪ ਪ੍ਰਾਪਤ ਕਰਵਾਤਾ, ਜੇ ਉਹ ਕਿਰਪਾ ਕਰਨ ਤਾਂ ਇਹ ਮਿਲ ਸਕਦੀ ਹੈ, ਨਹੀਂ ਤੇ ਨਹੀਂ ਮਿਲ ਸਕਦੀ। ਦੂਸਰਾ ਯਜੁਰਵੇਦ ਦੇ ਵਿੱਚ ਵੀ ਬੜੀ ਸੋਹਣੀ ਇੱਕ ਪੰਕਤੀ ਆਉਂਦੀ ਹੈ, ਜਿਵੇਂ ਕਾਠੋਪਨਿਸ਼ਦ ਦੇ ਵਿੱਚ ਇਹ ਆਉਂਦੀ ਹੈ, ਤਾਂ ਯਜੁਰਵੇਦ ਦੇ ਵਿੱਚ ਇਸ ਤਰ੍ਹਾਂ ਆਉਂਦਾ ਵੀ ਆਪਣੇ ਜਿੱਥੋਂ ਸਾਡੀ ਬਾਣੀ ਯਤੋ ਵਾਚੋ ਨਿਵਰਤਤੇ, ਜਿਹਨੂੰ ਬ੍ਰਹਮ ਨੂੰ ਵਿਸ਼ੇ ਕਰਨ ਨੂੰ, ਦੱਸਣ ਨੂੰ, ਦੁਨੀਆ ਨੂੰ ਸਮਝਾਉਣ ਨੂੰ ਕਿਸੇ ਕਥਾਵਾਚਕ ਦੀ ਬਾਣੀ ਜ਼ੁਬਾਨ ਬੜਾ ਜ਼ੋਰ ਲਾਉਂਦੀ ਵੀ ਮੈਂ ਨਾ ਰੱਬ ਨੂੰ ਐ ਸਿੱਧ ਕਰ ਦੂੰਗਾ, ਤੁਹਾਨੂੰ ਰੱਬ ਦੀਆਂ ਜਿੰਨੀਆਂ ਇੱਟਾਂ ਨੇ ਐ ਧੇੜ ਕੇ ਰੱਖ ਦੂੰਗਾ, ਰੱਬ ਐ ਸਿੱਧ ਕਰ ਦੂੰ ਆਪਣੀ ਜ਼ੁਬਾਨ ਨਾਲ। ਬੋਲ ਕੇ ਰੱਬ ਬਾਰੇ ਬਿਲਕੁਲ ਤੁਹਾਨੂੰ ਸਮਝਾ ਦੂੰਗਾ। ਕਿੱਡੀ ਵੱਡੀ ਗਲਤੀ ਕਥਾਵਾਚਕ ਕਰ ਜਾਂਦਾ। ਉੱਥੇ ਜ਼ੁਬਾਨ ਜਾਂਦੀ ਨਹੀਂ, ਉਹਨੂੰ ਬੋਲ ਕੇ ਕੀ ਤੂੰ ਦੱਸੇਗਾ? ਅਗਮ ਅਗੋਚਰਾ ਤੇਰਾ ਅੰਤ ਨਾ ਪਾਇਆ, ਅੰਤੋਂ ਨਾ ਪਾਇਆ ਕਿਨੇ ਤੇਰਾ, ਆਪਣਾ ਆਪ ਤੂੰ ਜਾਣ ਹੈ। ਤਾਂ ਜਿਹਨੂੰ ਵਿਦਵਾਨ ਯਤਨ ਕਰਦਾ ਕਿ ਜ਼ੁਬਾਨ ਦੇ ਨਾਲ ਸਮਝਾਵਾਂ, ਬਾਣੀ ਨਾਲ ਸਮਝਾਵਾਂ, ਮੈਨੇ ਤਰਕ ਤੇ ਦਲੀਲ, ਤਾਂ ਬਾਣੀ ਉਹਨੂੰ ਸਮਝਾਉਣ ਵਾਸਤੇ ਜਾਂਦੀ ਹੈ।
ਪਰ ਜਿਵੇਂ ਕਿਸੇ ਕਿਲੇ ਉੱਤੇ ਗੋਲੀ ਦਾ ਅਸਰ ਨਹੀਂ ਹੁੰਦਾ, ਤੀਰ ਦਾ ਅਸਰ ਨਹੀਂ ਹੁੰਦਾ, ਇੱਦਾਂ ਬ੍ਰਹਮ ਨੂੰ ਸਮਝਾਉਣ ਦਾ ਯਤਨ ਤੇ ਕਰਦੀ ਹੈ ਜ਼ਬਾਨ, ਪਰ ਪਛਾਣ ਡਿੱਗ ਪੈਂਦੀ, ਪਕੜ ਦੇ ਵਿੱਚ ਆਉਂਦਾ ਨਹੀਂ, ਜ਼ਬਾਨ ਦੀ ਪਕੜ ਦੇ ਵਿੱਚ। ਦੂਸਰਾ, ਮਨਸਾ ਅਪਰਾਪੈਸ ਹੈ, ਫਿਰ ਮਨ ਜਿਹਨੂੰ ਸਮਝਣ ਦਾ ਯਤਨ ਕਰਦਾ ਹੈ, ਕਿਉਂ ਮਨ ਬੜਾ ਸੂਖਸ਼ਮ ਹੈ। ਪੰਚਦਸ਼ੀ ਦੇ ਵਿੱਚ ਸਵਾਮੀ ਵਿਦਿਆਰण्य ਮੁਨੀ ਜੀ ਲਿਖਦੇ ਵੀ ਇੱਕ ਜਿਹੜਾ ਸਾਡਾ ਵਾਲ ਹੈ ਇਹ ਕਿੱਡਾ ਬਰੀਕ ਆ, ਇਹਦਾ ਵੀ ਜੇ 1000 ਹਿੱਸਾ ਕੋਈ ਕਰ ਦਵੇ, ਇੰਨਾ ਸੂਖਸ਼ਮ ਮਨ ਹੈ, ਤਾਂ ਮਨ ਹੀ ਨਹੀਂ ਪਕੜ ਦੇ ਵਿੱਚ ਆਉਂਦਾ, ਤਾਂ ਪਰਮਾਤਮਾ ਤੇ ਫਿਰ ਕਹਿੰਦੇ ਬਹੁਤ ਜ਼ਿਆਦਾ ਹੀ ਸੂਖਸ਼ਮ, ਕਿਸ ਤਰ੍ਹਾਂ ਪਕੜ ਚਾਵੇਗਾ। ਤਾਂ ਮਨ ਵੀ ਜਿਹਨੂੰ ਸਮਝਣ ਦਾ ਯਤਨ ਕਰਦਾ, ਪਰ ਮਨ ਦੀ ਸਿਆਣਪ ਉੱਥੋਂ ਤੱਕ ਪਹੁੰਚਦੀ ਨਹੀਂ, ਮਨ ਹਾਰ ਜਾਂਦਾ, ਥੱਕ ਜਾਂਦਾ। ਤਾਂ ਫਿਰ ਉਹ ਕਿਸ ਤਰ੍ਹਾਂ ਪ੍ਰਾਪਤ ਹੁੰਦਾ ਹੈ? ਤਾਂ ਫਿਰ ਉਹ ਅਗਲਾ ਜਵਾਬ ਦਿੰਦੇ, ਦ੍ਰਿਸ਼ਯਤੇ ਤਵ ਅਗਰਿਆ ਸੂਖਸ਼ਮਿਆ ਸੂਖਸ਼ਮ ਦਰਸ਼ੀ ਵੀ। ਜਿਹੜੇ ਸੂਖਸ਼ਮ ਦਰਸ਼ੀ ਆ ਉਹਨਾਂ ਨੇ ਇੱਕ ਤਰੀਕਾ ਕੱਢਿਆ ਕਿ ਆਪਣੀ ਬੁੱਧੀ ਨੂੰ ਗੁਰੂ ਮੰਤਰ ਰੂਪੀ ਸਾਨ ਉੱਤੇ ਚਾੜ ਕੇ ਅਭਿਆਸ ਦੁਆਰਾ ਬਰੀਕ ਕਰ ਕਰਕੇ ਫਿਰ ਉਹਦੇ ਦਰਸ਼ਨ ਕਰਦੇ ਨੇ। ਜਦੋਂ ਗੁਰੂ ਕਿਸੇ ਨੂੰ ਗੁਰਮੰਤਰ ਦਿੰਦਾ ਹੈ ਤੇ ਉਸ ਗੁਰਮੰਤਰ ਦੇ ਵਿੱਚ ਹੀ ਬਸ ਇਹ ਤਾਕਤ ਹੈ ਕਿ ਉਹ ਬੁੱਧੀ ਨੂੰ ਇੰਨਾ ਸੂਖਸ਼ਮ ਕਰ ਦਿੰਦਾ ਹੈ ਕਿ ਵਾਹਿਗੁਰੂ ਜੀ ਦੇ ਦਰਸ਼ਨ ਹੋ ਜਾਂਦੇ ਨੇ। ਨਹੀਂ ਤੇ ਹੋਰ ਕੋਈ ਵੀ ਤਰੀਕਾ ਦੁਨੀਆ ਦਾ ਨਹੀਂ। ਨਾ ਇਹ ਆਤਮਾ ਬਹੁਤਾ ਬੋਲਣ ਨਾਲ ਪ੍ਰਾਪਤ ਹੁੰਦੀ ਹੈ, ਨਾ ਇਹ ਬਹੁਤਾ ਮਿਹਨਤ ਨਾਲ ਪ੍ਰਾਪਤ ਹੁੰਦੀ ਹੈ, ਨਾ ਇਹ ਬਹੁਤਾ ਸੁਣਨ ਦੇ ਨਾਲ ਹੀ ਕਿਸੇ ਨੂੰ ਪ੍ਰਾਪਤ ਹੁੰਦੀ ਹੈ। ਇਹ ਪ੍ਰਾਪਤ ਹੁੰਦੀ ਹੈ ਜਿਨ੍ਹਾਂ ਨੂੰ ਇਹ ਪਹਿਲਾਂ ਮਿਲ ਚੁੱਕੀ, ਉਹ ਜੇ ਤਰਸ ਕਰ ਦੇਣ, ਉਹ ਜੇ ਕਿਰਪਾ ਕਰ ਦੇਣ। ਤਾਂ ਐਸੇ ਸਵਾਲਾਂ ਦੇ ਜਵਾਬ ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਦਿੰਦੇ ਤੇ ਕਿਰਪਾ ਕਰਦੇ ਹੋਏ ਸੁਭਾਏਮਾਨ ਸੋਹਣੇ ਮੁਖ ਤੋਂ, ਕਮਲ ਸਰੀਖੇ ਮੁਖ ਤੋਂ ਸੁਵਾਸ ਸ੍ਰੇਸ਼ਟ ਸੁਗੰਧੀ ਵਾਲੇ ਬਚਨ ਪ੍ਰਗਟ ਕਰਦੇ ਨੇ। ਹਉ ਪੰਥ ਦਸਾਈ ਨਿਤ ਖੜੀ, ਕੋਈ ਪ੍ਰਭ ਦੱਸੇ ਤਿਨ ਜਾਓ। ਮੈਂ ਧਰਮ ਦੇ ਰਾਸਤੇ ਤੇ, ਸਾਧਨਾ ਦੇ ਰਾਸਤੇ ਤੇ ਖੜਾ, ਸਾਵਧਾਨ ਹੋਇਆ, ਬੜੀ ਮਿਹਨਤ ਕਰਦਾ ਪਿਆ ਹੈ, ਬੜੀ ਸਾਵਧਾਨੀ ਰੱਖੀ ਹੈ। ਕੋਈ ਪ੍ਰਭੂ ਪਰਮੇਸ਼ਰ ਦਾ ਰਸਤਾ ਦੱਸੇ, ਉਹ ਵਾਹਿਗੁਰੂ ਪਰਮੇਸ਼ਰ ਕਿਸ ਤਰ੍ਹਾਂ ਪ੍ਰਾਪਤ ਹੁੰਦਾ ਹੈ ਤੇ ਉਸ ਰਸਤੇ ਦਾ ਅਨੁਸਰਨ ਕਰਾਂ। ਕੋਈ ਸਾਧਨਾ ਦੱਸੇ ਤੇ ਉਹ ਸਾਧਨਾ ਕਰਾਂ। ਜਿਨੀ ਮੇਰਾ ਪਿਆਰਾ ਰਾਵਿਆ, ਤਿਨ ਪੀਛੇ ਲਾਗ ਫਰਾਉ। ਤੇ ਉਸ ਪਰਮਾਤਮਾ ਨੂੰ ਮਿਲਣ ਵਾਸਤੇ ਇੰਨਾ ਵਿਰਾਗ ਮਨ ਦੇ ਵਿੱਚ ਕਿ ਜਿਨ੍ਹਾਂ ਮਹਾਂਪੁਰਸ਼ਾਂ ਨੇ, ਗਿਆਨਵਾਨਾਂ ਨੇ, ਬ੍ਰਹਮ ਗਿਆਨੀਆਂ ਨੇ, ਗੁਰੂ ਕੇ ਸਿੱਖਾਂ ਨੇ ਉਹ ਪਿਆਰਾ ਪਰਮੇਸ਼ਰ ਰਾਵਿਆ ਹੈ, ਉਹਦਾ ਆਨੰਦ ਪ੍ਰਾਪਤ ਕੀਤਾ ਹੈ। ਜਿਹੜੇ ਮਿਲ ਗਏ ਨੇ ਉਸ ਪਰਮਾਤਮਾ ਨੂੰ, ਉਹਨਾਂ ਦੇ ਪਿੱਛੇ ਮਹਾਰਾਜ ਕਹਿੰਦੇ ਅਸੀਂ ਲੱਗੇ ਫਿਰਦੇ ਕਿ ਉਹ ਤਰਸ ਕਰਨ, ਉਹ ਮਹਾਤਮਾ ਕਿਰਪਾ ਕਰਨ। ਸਾਧ ਕੈ ਸੰਗ ਨਹੀਂ ਕਛ ਕਾਲ, ਦਰਸ਼ਨ ਭੇਟਤ ਹੋਤ ਨਿਹਾਲ। ਕਰ ਮਿੰਨਤ ਕਰ ਜੋਦੜੀ, ਮੈਂ ਪ੍ਰਭ ਮਿਲਣੈ ਕਾ ਚਾਓ। ਦੀਨਤਾ ਦੇ ਸਹਿਤ ਮਿੰਨਤ ਕਰਨੀ, ਬੇਨਤੀਆਂ ਕਰਨੀਆਂ, ਮਿੰਨਤਾਂ ਕਰਨੀਆਂ। ਜਿਵੇਂ ਭਗਤ ਧੰਨਾ ਸਾਹਿਬ ਦੇ ਬਾਰੇ ਮਹਾਰਾਜ ਲਿਖਦੇ, ਪੈਰੀ ਪੈ ਪੈ ਬਹੁਤ ਮਨਾਏ। ਨਿਮਰਤਾ ਦੇ ਸਹਿਤ, ਵਿਰਾਗ ਦੇ ਸਹਿਤ ਬੇਨਤੀਆਂ ਕਰਨੀਆਂ, ਰੋ ਰੋ ਕੇ ਜੋਦੜੀਆਂ ਕਰਨੀਆਂ। ਮਨ ਬੈਰਾਗ ਭਇਆ, ਦਰਸ਼ਨ ਦੇਖਣੇ ਕਾ ਚਾਅ।
ਕਦੀ ਅਥਰੂ ਆਏ ਅਰਦਾਸ ਕਰਦਿਆਂ ਮਹਾਰਾਜ ਅੱਗੇ, ਅੱਖਾਂ 'ਚ ਅਥਰੂ ਆਏ। ਇਸ ਕੰਮ ਲਈ ਨਹੀਂ ਆਏ ਹੋਣੇ ਸਾਰੀ ਉਮਰ ਵੀ ਮੈਨੂੰ ਪਰਮਾਤਮਾ ਮਿਲੇ, ਹਾਂ ਇਸ ਕੰਮ ਲਈ ਜ਼ਰੂਰ ਆ ਜਾਂਦੇ ਵੀ ਮੇਰਾ ਕੰਮ ਚੱਲੇ, ਮਾਇਆ ਦੀ ਪ੍ਰਾਪਤੀ ਹੋਵੇ। ਤਾਂ ਦੀਨਤਾ ਦੇ ਸਹਿਤ ਬੇਨਤੀ, ਦੀਨ ਦਾ ਅਰਥ ਮਹਾਂਪੁਰਖ ਭਿੰਡਰਾਂ ਵਾਲੇ ਬੜਾ ਸੋਹਣਾ ਕਰਦੇ, ਕਹਿੰਦੇ ਦੀਨ ਦਾ ਅਰਥ ਗਰੀਬ ਨਹੀਂ ਹੁੰਦਾ, ਦੀਨ ਦਾ ਅਰਥ ਹੁੰਦਾ ਇੱਛਾ ਤੇ ਭੈ ਦੇ ਸੰਯੁਕਤ, ਜਿਹਦੇ ਅੰਦਰ ਇੱਛਾ ਵਾਹਿਗੁਰੂ ਨੂੰ ਮਿਲਦੀ ਤੇ ਭੈ ਹੈ 84 ਦਾ, ਵੀ 84 ਕੱਟਣੀ ਬਹੁਤ ਔਖੀ ਹੈ। ਇੱਕ ਮਨੁੱਖਾ ਜਨਮ ਕੰਨਾਂ ਨੂੰ ਹੱਥ ਲਵਾ ਦਿੰਦਾ, ਮਨ ਇੰਨਾ ਦੁਖੀ ਕਰਦਾ, ਤੇ 84 ਕਿੱਥੋਂ ਕੱਟ ਲੇਗਾ ਤੂੰ। ਜਿਨ੍ਹਾਂ ਦੇ ਸਾਹਮਣੇ ਜ਼ਿੰਦਗੀ ਦਾ ਸੱਚ ਨਹੀਂ ਆਇਆ ਉਹ ਅਜੇ ਭੁਲੇਖੇ 'ਚ ਆ। ਜਦੋਂ ਜ਼ਿੰਦਗੀ ਦਾ ਸੱਚ ਸਾਹਮਣੇ ਆਇਆ ਨਾ ਵੀ ਸੰਸਾਰ ਮਤਲਬ ਉੱਤੇ ਖਲੋਤਾ ਹੈ, ਤਾਂ ਫਿਰ ਮਨੁੱਖਾ ਜਨਮ ਦੀ ਅਸਲੀਅਤ ਸਮਝ ਆਉਂਦੀ ਹੈ ਵੀ ਇੰਨਾ ਦੁੱਖ ਇਸ ਜਨਮ ਦੇ ਵਿੱਚ। ਤਾਂ ਜਿਹਦੇ ਅੰਦਰ ਇੱਛਾ ਤੇ ਭੈ ਹੈ ਉਹ ਕੀ ਨੇ? ਦੀਨ, ਦੀਨਤਾ ਦੇ ਸਹਿਤ ਬੇਨਤੀ ਕਰੇ, ਮਿੰਨਤ ਕਰੇ। ਹੁਣ ਅੱਗੇ ਸ਼ਬਦ ਆ ਜੋਦੜੀ। ਹੁਣ ਜੋਦੜੀ ਦਾ ਅਰਥ ਆਮ ਵਿਦਵਾਨ ਤਾਂ ਇਹੀ ਕਰਦੇ ਬੇਨਤੀ, ਪਰ ਜਿਹੜਾ ਫਰੀਦਕੋਟ ਵਾਲਾ ਟੀਕਾ ਗਿਆਨੀ ਬਦਨ ਸਿੰਘ ਜੀ ਨੇ ਇਹਦਾ ਅਰਥ ਕੀਤਾ ਹੈ, ਜੋਦੜੀ ਦਾ ਅਰਥ ਕਰਤਾ ਸੇਵਾ। ਕਿਉਂ? ਮਿੰਨਤ ਪਹਿਲਾਂ ਆ ਗਈ ਆ, ਬੇਨਤੀ ਪਹਿਲਾਂ ਆ ਗਈ। ਕੱਲੀਆਂ ਅਰਦਾਸਾਂ ਦੇ ਨਾਲ ਵੀ ਮਹਾਰਾਜ ਨਹੀਂ ਖੁਸ਼ ਹੁੰਦਾ, ਨਾਲ ਸੇਵਾ ਵੀ ਕਰਨੀ ਪੈਣੀ, ਨਾਲ ਭਾਂਡੇ ਵੀ ਮਾਂਜਣੇ ਪੈਣਗੇ। ਤੇ ਸੇਵਾ ਦਾ ਤੇ ਇੱਕ ਹੀ ਦ੍ਰਿਸ਼ਟਾਂਤ ਬੜਾ ਕਿ ਜੇ ਗੁਰੂ ਅੰਗਦ ਦੇਵ ਸਾਹਿਬ ਨੂੰ ਸੇਵਾ ਕਰਨੀ ਪਈ ਤੇ ਫਿਰ ਅਸੀਂ ਕੀ ਹੋਏ? ਜਿਨ੍ਹਾਂ ਸਤਿਗੁਰਾਂ ਦਾ ਕੱਲ੍ਹ ਜੋਤੀ ਜੋਤ ਦਿਹਾੜਾ ਸੀ, ਜੇ ਬੁਢੇਪੇ ਦੇ ਵਿੱਚ ਜਾ ਕੇ ਉਹਨਾਂ ਨੂੰ ਵੀ ਸੇਵਾ ਕਰਨੀ ਪਈ ਤੇ ਫਿਰ ਅਸੀਂ ਕੀ ਹੋਏ? ਤਾਂ ਜੋਦੜੀ ਦਾ ਅਰਥ ਉਹਨਾਂ ਕਰਤਾ ਸੇਵਾ। ਬੇਨਤੀਆਂ ਦੇ ਅਰਦਾਸਾਂ ਦੇ ਨਾਲ ਨਾਲ ਸੇਵਾ ਵੀ ਕਰੇ। ਤੇ ਕੀ ਮੈਂ ਪ੍ਰਭ ਮਿਲਣੇ ਕਾ ਚਾਓ, ਕਿ ਪ੍ਰਭੂ ਪਰਮੇਸ਼ਰ ਦਾ ਸਾਖਸ਼ਾਤ ਕਰਨ ਦਾ ਚਾਅ ਹੈ। ਮੇਰੇ ਭਾਈ ਜਨਾ ਕੋਈ ਮੋਕੋ ਹਰ ਪ੍ਰਭ ਮੇਲ ਮਿਲਾਏ। हे ਮੇਰੇ ਭਾਈ, ਗੁਰੂ ਕੇ ਪਿਆਰੇ ਗੁਰ ਸੰਤ ਜਨੋ, ਕੋਈ ਮੈਨੂੰ ਐਸਾ ਮਹਾਤਮਾ ਹੋਵੇ, ਗਿਆਨਵਾਨ ਹੋਵੇ, ਜਿਹੜਾ ਇਸ ਸਰੀਰ ਦੇ ਵਿੱਚ ਹੀ, ਸਰੀਰ ਤੋਂ ਪਰੇ ਇੰਦਰੀਆਂ, ਇੰਦਰੀਆਂ ਤੋਂ ਪਰੇ ਮਨ, ਮਨ ਤੋਂ ਪਰੇ ਬੁੱਧੀ, ਤੇ ਬੁੱਧੀ ਤੋਂ ਪਰੇ ਜਿਹਨੂੰ ਚੌਥਾ ਕਹਿ ਦਿੰਦੇ ਹਨ, ਚੌਥਾ ਪਦ ਜਿਹਨੂੰ ਸੁੰਨ ਕਹਿ ਦਿੰਦੇ, ਅੰਤਰ ਸੁੰਨੰਗ ਬਾਹਰ ਸੁੰਨੰਗ, ਤੇਰੇ ਭਾਵਨ ਸੁੰਨ ਮਸੁੰਨਗ, ਚੌਥੇ ਸੁੰਨੇ ਜੋ ਨਰ ਜਾਣੈ ਤਾਕੋ ਪਾਪ ਨਾ ਪੁੰਨੰਗ। ਉਸ ਸੁੰਨ ਦਾ ਗਿਆਨ ਕਰਾਵੇ, ਉਸ ਵਾਹਿਗੁਰੂ ਪ੍ਰਭੂ ਪਰਮੇਸ਼ਰ ਦੇ ਮੇਲ ਜਾਂ ਸੰਗਤ ਵਿੱਚ ਮਿਲਾਵੇ, ਜਿਸ ਸੰਗਤ ਦੇ ਵਿੱਚ ਉਸ ਪ੍ਰਮਾਤਮਾ ਦੀ ਪ੍ਰਾਪਤੀ ਹੁੰਦੀ। ਇਹ ਮੇਲ ਸ੍ਰੀ ਅੰਮ੍ਰਿਤਸਰ ਸਾਹਿਬ ਚੱਲਿਆ, ਇਹ ਜਥਾ ਸ੍ਰੀ ਹਜ਼ੂਰ ਸਾਹਿਬ ਚੱਲਿਆ, ਤੁਸੀਂ ਉਹਦੇ ਨਾਲ ਰਲ ਜਾਓ, ਆਪਣੇ ਆਪ ਹਜ਼ੂਰ ਸਾਹਿਬ ਪਹੁੰਚ ਜਾਓਗੇ। ਤੁਸੀਂ ਉਹਦੇ ਨਾਲ ਰਲ ਜਾਓ, ਆਪਣੇ ਆਪ ਹੀ ਅੰਮ੍ਰਿਤਸਰ ਸਾਹਿਬ ਪਹੁੰਚ ਜਾਓਗੇ। ਤਾਂ ਐਸਾ ਮੇਲ ਜਿਹੜਾ ਪਰਮਾਤਮਾ ਤੱਕ ਲੈ ਕੇ ਜਾਂਦਾ ਹੈ, ਸਤ ਸੰਗਤ ਦਾ ਮੇਲ, ਉਹਦੇ ਵਿੱਚ ਮਿਲਾਵੇ। ਹਉ ਸਤਿਗੁਰ ਵਿਟੋਂ ਵਾਰਿਆ, ਜਿਨ ਹਰ ਪ੍ਰਭ ਦੀਆ ਦਿਖਾਏ। ਐਸੇ ਕੌਣ ਨੇ? ਐਸੇ ਤੇ ਮੇਰੇ ਸਤਿਗੁਰੂ ਹਨ, ਧੰਨ ਗੁਰੂ ਅਮਰਦਾਸ ਸਾਹਿਬ ਹਨ। ਉਹਨਾਂ ਤੋਂ ਮੈਂ ਵਾਰਿਆ ਬਲਹਾਰ ਜਾਵਾਂ, ਜਿਹੜੇ ਹਰੀ ਪ੍ਰਭੂ ਪਰਮੇਸ਼ਰ ਨੂੰ, ਜਿਨ੍ਹਾਂ ਨੇ ਦੇਖਿਆ ਹੈ ਤੇ ਦਿਖਾ ਵੀ ਸਕਦੇ ਹਨ। ਰਹਾਉ ਤੋਂ ਬਾਅਦ ਸਤਿਗੁਰੂ ਫਰਮਾਉਂਦੇ ਨੇ, ਹੋਏ ਨਿਮਾਣੀ ਢਹਿ ਪਵਾਂ ਪੂਰੇ ਸਤਿਗੁਰ ਪਾਸ। ਪਰ ਗੁਰੂ ਸਾਹਿਬ
ਓਨਾ ਚਿਰ ਕਿਰਪਾ ਨਹੀਂ ਕਰਦੇ ਜਿੰਨਾ ਚਿਰ ਕੋਈ ਮਾਣ ਨਹੀਂ ਛੱਡਦਾ। ਸਰੀਰ ਦਾ ਮਾਣ, ਸ਼ੁਭ ਗੁਣਾਂ ਦਾ ਮਾਣ ਤੇ ਸੰਸਾਰ ਦੀ ਪ੍ਰਭਤਾ, ਸੰਸਾਰ ਦੀ ਵਡਿਆਈ, ਦੋ ਚੀਜ਼ਾਂ ਹੋ ਗਈਆਂ ਨਾ। ਹੰਕਾਰ ਤੇ ਮਾਣ ਹੋ ਗਿਆ ਆਪਣਾ, ਗੁਣਾਂ ਦਾ, ਵਿਦਿਆ ਦਾ, ਜਾਤ ਦਾ, ਮਾਇਆ ਦਾ। ਤੇ ਸੰਸਾਰ ਦਾ ਕੀ ਹੋਇਆ? ਪ੍ਰਭਤਾ, ਵਡਿਆਈ ਦੀ ਇੱਛਾ। ਇਹ ਦੋਵਾਂ ਨੂੰ ਛੱਡੇ ਤੇ ਕੀ ਕਰੇ? ਨਿਮਾਣਾ ਹੋ ਕੇ ਢਹਿ ਪਵੇ। ਪੂਰੇ ਸਤਿਗੁਰ ਪਾਸ। ਫਿਰ ਸਤਿਗੁਰੂ ਕੀ ਕਰਦੇ ਨੇ? ਇਹ ਸਤਿਗੁਰਾਂ ਦਾ ਬਿਰਧ ਹੈ, ਇਹ ਸਤਿਗੁਰਾਂ ਦਾ ਬਚਨ ਹੈ ਕਿ ਜਿਹੜਾ ਮਾਣ ਨੂੰ ਛੱਡ ਦੇਵੇਗਾ, ਹੰਕਾਰ ਨੂੰ ਛੱਡ ਦੇਵੇਗਾ, ਨਿਮਾਣਿਆ ਗੁਰ ਮਾਣ ਹੈ, ਗੁਰ ਸਤਿਗੁਰ ਕਰੇ ਸਾਬਾਸ, ਤਾਂ ਨਿਮਾਣੇ ਨੂੰ ਫਿਰ ਗੁਰੂ ਸਾਹਿਬ ਮਾਣ ਦਿੰਦੇ ਹਨ। ਤੇ ਗੁਰੂ ਪੂਜਨੀਕ ਜਿਹੜੇ ਸਾਡੇ ਸਤਿਗੁਰੂ ਹਨ, ਉਹ ਸ਼ਾਬਾਸ਼ ਯੋਗ ਕਰ ਦਿੰਦੇ ਨੇ, ਧੰਤਾ ਯੋਗ ਕਰ ਦਿੰਦੇ ਨੇ। ਐਸੀ ਉਹਨਾਂ ਤੇ ਕਿਰਪਾ ਕਰ ਦਿੰਦੇ, ਐਸਾ ਜੀਵਨ ਬਣਾ ਦਿੰਦੇ। ਫਿਰ ਸੰਗਤ ਬੜੇ ਪ੍ਰੇਮ ਦੇ ਨਾਲ ਉਹਨਾਂ ਮਹਾਂਪੁਰਸ਼ਾਂ ਦੇ ਸਤਿਕਾਰ ਵਿੱਚ ਇਹ ਸ਼ਬਦ ਆਪਾਂ ਪੜ੍ਹਦੇ, ਧੰਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ। ਜਨ ਨਾਮਨ ਕਾ ਹੈ ਸਵਾਉ, ਜਨ ਕੈ ਸੰਗ ਚਿਤ ਆਵੈ ਨਾਉ, ਆਪ ਮੁਕਤ ਮੁਕਤ ਕਰੇ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਹਉ ਗੁਰ ਸਾਲਾਹੇ ਨਾ ਰਜੋ, ਮੈਂ ਮੇਲੇ ਹਰ ਪ੍ਰਭ ਪਾਸ। ਧੰਨ ਗੁਰੂ ਰਾਮਦਾਸ ਸਾਹਿਬ ਕਹਿੰਦੇ, ਇਸੇ ਕਰਕੇ ਮੈਂ ਗੁਰੂ ਦੀ ਸਿਫਤ ਕਰਦਾ ਰੱਜਦਾ ਨਹੀਂ। ਗੁਰੂ ਸਾਹਿਬ ਦੇ ਵਿੱਚ ਐਸੀ ਵਡਿਆਈ ਹੈ ਕਿ ਉਹ ਸੇਵਾ ਕਰਨ ਵਾਲਿਆਂ ਨੂੰ ਮਾਣ ਦਿੰਦੇ ਹਨ, ਨਿਮਾਣਿਆਂ ਨੂੰ ਮਾਣ ਦਿੰਦੇ ਹਨ। ਐਸੇ ਸਤਿਗੁਰੂ ਜਿਹੜੇ ਮੈਨੂੰ ਹਰੀ ਪ੍ਰਭੂ ਨੂੰ ਪਾਸ ਮੇਲ ਦੇਣ, ਵੀ ਕਿਤੇ ਜਾਣ ਦੀ ਲੋੜ ਨਹੀਂ, ਤੇਰੇ ਪਾਸ ਹੀ ਹੈ, ਤੇਰੇ ਸਰੀਰ ਦੇ ਵਿੱਚ ਹੀ ਹੈ। ਕਤ ਜਾਈਏ ਰੇ ਘਰ ਲਾਗੋ ਰੰਗ, ਮੇਰਾ ਚਿੱਤ ਨਾ ਚਲੇ ਮਨ ਭਇਓ ਪੰਗ। ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਖੋਜੈ ਸੋ ਪਾਵੇ। ਸਭ ਕੁਝ ਤੇਰੇ ਅੰਦਰ ਹੀ ਹੈ। ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਬਾਹੇ। ਪਰ ਸ਼ਰਤ ਇਹ ਹੈ ਵੀ ਚੌਂਕੜਾ ਮਾਰ ਕੇ ਕੁਝ ਨਾ ਕੁਝ ਸਮਾਂ ਰੋਜ਼ ਸਿਮਰਨ ਕਰੇ ਮਹਾਰਾਜ ਦਾ, ਤਾਂ ਆਪਣੇ ਅੰਦਰ ਦੀ ਖੋਜ ਕਰੇ। ਤਾਂ ਐਸੇ ਸਤਿਗੁਰਾਂ ਦੀ ਮੈਂ ਸਿਫਤ ਕਰਦਾ ਰੱਜਦਾ ਹੀ ਨਹੀਂ, ਕਿਉਂ? ਬਾਹਰ ਮੁੱਖ ਬਿਰਤੀ ਨੂੰ ਹੋਣ ਹੀ ਨਹੀਂ ਦਿੰਦੇ। ਬਾਕੀ ਜਿੰਨੇ ਸਾਧਨ ਨੇ ਸਭ ਬਾਹਰ ਮੁੱਖ ਨੇ, ਕੋਈ ਵੀ ਕਰ ਲਓ ਭਾਵੇਂ। ਇੱਕੋ ਇੱਕ ਸਿਮਰਨ ਰੂਪ ਸਾਧਨ ਜਿਹੜਾ ਅੰਤਰਮੁਖ ਕਰਦਾ ਹੈ। ਇਸ ਕਰਕੇ ਸਿਮਰਨ ਦੀ ਮਹਾਨਤਾ ਹੈ। ਤੇ ਪਾਸ ਹੀ ਸਰੀਰ ਦੇ ਅੰਦਰ ਹੀ ਉਸ ਵਾਹਿਗੁਰੂ ਨੂੰ ਮੇਲ ਦਿੰਦੇ ਨੇ। ਸਤਿਗੁਰ ਨੂੰ ਸਭ ਕੋ ਲੋਚਦਾ, ਜੇਤਾ ਜਗਤ ਸਭ ਕੋਏ। ਬਿਨ ਭਾਗਾਂ ਦਰਸ਼ਨ ਨਾ ਥੀਐ, ਭਾਗਹੀਣ ਬਹਿ ਰੋਏ। ਹੁਣ ਐਸੇ ਸਤਿਗੁਰੂ ਨੂੰ ਜਿਹੜਾ ਪਰਮਾਤਮਾ ਨੂੰ ਮਿਲਾ ਦਿੰਦਾ ਹੈ, ਉਹਨੂੰ ਲੋਚਦਾ ਤੇ ਚਾਹੁੰਦਾ ਤੇ ਸਾਰਾ ਸੰਸਾਰ ਹੀ ਹੈ। ਕਿਉਂ? ਹਰ ਬੰਦਾ ਚਾਹੁੰਦਾ ਹੈ ਕਿ ਮੈਂ ਸੁਖੀ ਹੋਵਾਂ, ਦੁੱਖਾਂ ਤੋਂ ਪਰੇ ਹੋ ਜਾ। ਹੁਣ ਦੁੱਖਾਂ ਤੋਂ ਪਰੇ ਉਹ ਕੌਣ ਹੈ? ਸੁਖ ਸਰੂਪ ਪਰਮਾਤਮਾ ਵਾਹਿਗੁਰੂ ਪਰਮੇਸ਼ਰ। ਤਾਂ ਐਸੇ ਵਾਹਿਗੁਰੂ ਪਰਮੇਸ਼ਰ ਨੂੰ ਸਿਰਫ ਸਤਿਗੁਰੂ ਮਿਲਾ ਸਕਦਾ ਹੈ। ਇਸ ਕਰਕੇ ਐਸੇ ਸਤਿਗੁਰੂ ਨੂੰ ਸਾਰਾ ਸੰਸਾਰ ਹੀ ਲੋਚਦਾ ਹੈ, ਚਾਹੁੰਦਾ ਹੈ ਵੀ ਮੈਨੂੰ ਲੱਭ ਪੈਣ। ਇਹੋ ਜਿਹਾ ਗੁਰੂ ਮੈਨੂੰ ਮਿਲੇ ਜਿਹੜਾ ਪਰਮਾਤਮਾ ਨੂੰ ਮਿਲਾ ਦੇਵੇ। ਜਿੰਨਾ ਵੀ ਸੰਸਾਰ ਹੈ, ਕਿਉਂ? ਨਾਨਕ ਦੁਖੀਆ ਸਭ ਸੰਸਾਰ। ਪਿੱਛੇ ਜੇ ਕੱਲ੍ਹ ਵੀ ਜ਼ਿਕਰ ਕੀਤਾ ਸੀ, ਇੱਕ ਪੁਸਤਕ ਲਿਖੀ ਨਾ ਕਿਸੇ ਨੇ, ਨਾਨਕ ਦੁਖੀਆ ਸਭ ਸੰਸਾਰ।
ਮਾਡਰਨ ਮੈਨ ਇਨ ਦਾ ਸਰਚ ਆਫ ਦਾ ਸੋਲ। ਆਧੁਨਿਕ ਬੰਦਾ ਆਤਮਾ ਦੀ ਭਾਲ 'ਚ, ਆਤਮਾ ਗਵਾਚ ਗਈ ਬੰਦੇ ਦੀ, ਆਤਮਾ ਮਰ ਗਈ। ਸਮੁੰਦਰ ਭਾਲ ਲਿਆ, ਚੰਦਰਮਾ ਭਾਲ ਲਿਆ, ਮੰਗਲ ਗ੍ਰਹਿ ਭਾਲ ਲਿਆ, ਬੜੀਆਂ ਬੜੀਆਂ ਚੀਜ਼ਾਂ ਭਾਲ ਲਈਆਂ, ਪਰ ਭਾਲਦਿਆਂ ਆਤਮਾ ਮਾਰ ਲਈ। ਤੇ ਜਿੱਥੇ ਆਤਮਾ ਮਰ ਗਈ ਉੱਥੇ ਫਿਰ ਸਰੀਰ ਕੀ ਹੋ ਜਾਂਦੇ ਆ? ਇੱਕ ਮਸ਼ੀਨ। ਤੇ ਮਸ਼ੀਨ ਦੇ ਵਿੱਚ ਦਿਲ ਨਹੀਂ ਹੁੰਦਾ, ਭਾਵ ਦਿਲ ਮਰ ਗਏ, ਜ਼ਮੀਰ ਖਤਮ ਹੋ ਗਈ। ਤਾਂ ਵੈਸਟ ਨੂੰ ਲੋੜ ਆ ਆਤਮਾ ਨੂੰ ਦੁਬਾਰਾ ਲੱਭਣ, ਆਤਮਾ ਦੀ ਖੋਜ ਕਰਨ। ਉਸ ਪੁਸਤਕ ਦੇ ਵਿੱਚ ਇੱਕ ਗੱਲ ਬੜੀ ਸੋਹਣੀ ਲਿਖੀ। ਉਹ ਲਿਖਦੇ ਨੇ ਕਿ 1 ਸਾਲ ਦੇ ਵਿੱਚ ਜਿੰਨਾ ਹਿੰਦੁਸਤਾਨ ਕਣਕ ਪੈਦਾ ਕਰਦਾ, ਗੇਹੂੰ ਪੈਦਾ ਕਰਦਾ, ਕਣਕ ਪੈਦਾ ਕਰਦਾ, ਉਹਦਾ ਜਿੰਨਾ ਮੁੱਲ ਬਣਦਾ ਹੈ, ਓਨੇ ਮੁੱਲ ਦੀ ਦਵਾਈ ਸਿਰਫ ਸੌਣ ਵਾਲੀ ਰਾਤ ਨੂੰ ਨੀਂਦ ਆ ਜੇ, ਇੰਨੀ ਦਵਾਈ ਇਕੱਲੇ 1 ਸਾਲ 'ਚ ਅਮਰੀਕਾ ਦੇ ਲੋਕ ਹੀ ਖਾ ਜਾਂਦੇ, ਓਨੇ ਮੁੱਲ ਦੀ। ਵਿਦੇਸ਼ਾਂ ਦੇ ਲੋਕ ਹੀ ਖਾ ਜਾਂਦੇ। ਤਾਂ ਸਾਰਾ ਸੰਸਾਰ ਲੋਚਦਾ ਵੀ ਆਤਮਿਕ ਸ਼ਾਂਤੀ ਮਿਲੇ। ਨਾਨਕ ਦੁਖੀਆ ਸਭ ਸੰਸਾਰ। ਪਰ ਮਹਾਰਾਜ ਕਹਿੰਦੇ ਆਤਮਿਕ ਸ਼ਾਂਤੀ ਬਿਨਾਂ ਸਤਿਗੁਰੂ ਤੋਂ ਪ੍ਰਾਪਤ ਨਹੀਂ ਨਾ ਹੁੰਦੀ। ਤੇ ਸਤਿਗੁਰੂ ਦੇ ਜਿਹੜੇ ਦਰਸ਼ਨ ਨੇ, ਇਹਦੇ ਬਾਰੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਦੱਸਦੇ ਨੇ, ਬਿਨ ਭਾਗਾਂ ਦਰਸ਼ਨ ਨਾ ਥੀਐ, ਭਾਗਹੀਣ ਬਹਿ ਰੋਏ। ਬਿਨਾਂ ਭਾਗਾਂ ਤੋਂ ਸਤਿਗੁਰੂ ਦੇ ਦਰਸ਼ਨ ਪ੍ਰਾਪਤ ਹੀ ਨਹੀਂ ਹੁੰਦੇ। ਜਿਨ੍ਹਾਂ ਦੇ ਸ੍ਰੇਸ਼ਟ ਭਾਗ ਨੇ ਉਹਨਾਂ ਨੂੰ ਐਸੇ ਸਤਿਗੁਰੂ ਦੀ ਪ੍ਰਾਪਤੀ ਹੁੰਦੀ। ਕਿਹੋ ਜਿਹੇ ਸਤਿਗੁਰੂ? ਜਿਨ੍ਹਾਂ ਦਾ ਨਾਮ ਲਿਆ ਹੀ ਜੰਮ ਜਿਹੜੇ ਨੇ ਉਹ ਛੱਡ ਜਾਂਦੇ ਹਨ। ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ, ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ, ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ, ਜਿਨ੍ਹਾਂ ਨੇ ਮੌਤ ਨੂੰ ਵੀ ਗੋਇੰਦਵਾਲ ਸਾਹਿਬ ਦੇ ਵਿੱਚ ਦਾਖਲ ਹੋਣ ਤੋਂ ਰੋਕਤਾ। ਤੇ ਗੁਰਬਾਣੀ ਵੀ ਸਾਨੂੰ ਸਮਝਾਉਂਦੀ, ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ, ਨਾ ਹੋਣਾ ਤੂੰ ਨਹਿ ਛੁਟੈ ਨਿਕਟ ਨਾ ਜਾਈਓ ਤੂੰ। ਜਿੱਥੇ ਸਾਧੂ ਹੋਵੇ, ਗੋਬਿੰਦ ਦਾ ਭਜਨ ਹੋਵੇ, ਕੀਰਤਨ ਹੋਵੇ, ਉੱਥੇ ਜਮਦੂਤ ਨਹੀਂ ਆ ਸਕਦੇ ਹਨ। ਐਸੇ ਸਤਿਗੁਰਾਂ ਦਾ ਦਰਸ਼ਨ ਭਾਗਾਂ ਤੋਂ ਬਿਨਾਂ ਕਿਸੇ ਨੂੰ ਨਹੀਂ ਪ੍ਰਾਪਤ ਹੁੰਦਾ ਹੈ। ਮਨੁੱਖਾਂ ਦੇ ਭਾਗ ਹੀਣ ਨੇ, ਕਰਮ ਬੜੇ ਮਾੜੇ ਕੀਤੇ ਨੇ, ਇਸ ਕਰਕੇ ਹਰ ਜਨਮ ਦੇ ਵਿੱਚ ਇਸੇ ਤਰ੍ਹਾਂ ਹੀ ਰੋਇਆ ਕਰਨਗੇ। ਮਾੜੇ ਕਰਮਾਂ ਦਾ ਫਲ ਜਿਹੜਾ ਹੈ ਉਹ ਪ੍ਰਾਪਤ ਹੋਵੇਗਾ। ਹਰ ਜਨਮ ਇਸੇ ਤਰ੍ਹਾਂ ਹੀ ਰੋਂਦਿਆਂ ਦਾ ਲੰਘ ਜਾਵੇਗਾ। ਜੋ ਹਰ ਪ੍ਰਭ ਭਾਣਾ ਸੋ ਥੀਆ, ਧੁਰ ਲਿਖਿਆ ਨਾ ਮੇਟੈ ਕੋਏ। ਜਿਹੜੇ ਧੁਰ ਤੋਂ ਲੇਖ ਲਿਖੇ ਨੇ, ਭਾਵ ਪਿਛਲੇ ਜਨਮਾਂ 'ਚ ਜਿਹੜੇ ਕਰਮ ਕੀਤੇ ਨੇ, ਉਹਨਾਂ ਦੇ ਅਨੁਸਾਰ ਜਿਹੜੇ ਧੁਰ ਤੋਂ ਲੇਖ ਲਿਖੇ ਗਏ, ਉਹੀ ਹਰੀ ਪ੍ਰਭੂ ਦਾ ਭਾਣਾ ਇਸ ਜਨਮ ਦੇ ਵਿੱਚ ਹੁੰਦਾ ਹੈ। ਤੇ ਜਿਹੜਾ ਹਰੀ ਪ੍ਰਭੂ ਦਾ ਭਾਣਾ ਹੈ, ਉਹਨੂੰ ਕੋਈ ਮੇੜ ਨਹੀਂ ਸਕਦਾ ਹੈ, ਉਹਨੂੰ ਕੋਈ ਬਦਲ ਨਹੀਂ ਸਕਦਾ ਹੈ। ਗੁਰਬਾਣੀ ਨੇ ਨਾਲ ਇਹ ਗੱਲ ਜ਼ਰੂਰ ਦੱਸੀ ਹੈ ਕਿ ਜੇ ਤੁਸੀਂ ਪੂਰੇ ਗੁਰੂ ਨੂੰ ਨਮਸਕਾਰ ਕਰਦੇ ਹੋ ਤਾਂ ਤੁਹਾਡੇ ਜਿਹੜੇ ਲੇਖ ਨੇ ਉਹ ਮਿਟਣੇ ਤੇ ਨਹੀਂ, ਪਰ ਹਾਂ ਜਿਹੜੇ ਪੁੱਠੇ ਅੱਖਰ ਨੇ ਉਹ ਸਿੱਧੇ ਜ਼ਰੂਰ ਹੋ ਜਾਣਗੇ। ਜਿਵੇਂ ਇੱਕ ਲਕੀਰ ਹੁੰਦੀ ਨਾ, ਇਹ ਕਿੱਦਾਂ ਦੀ ਲਕੀਰ ਹੈ, ਇਹ ਮਿਟਣੀ ਨਹੀਂ। ਔਰ ਇੱਕ ਤਰੀਕਾ ਹੈ, ਉਹ ਕੀ? ਜੇ ਤੂੰ ਸੇਵਾ ਕਰੇ ਤਾਂ ਇਹਦੇ ਤੋਂ ਇੱਕ ਵੱਡੀ ਲਕੀਰ ਖਿੱਚ ਦੇ, ਆਪਣੇ ਆਪ ਛੋਟੀ ਪੈ ਜਾਵੇ। ਹਾਂ, ਮਿਟੂਗੀ ਨਹੀਂ, ਪਰ ਛੋਟੀ ਜ਼ਰੂਰ ਪੈ ਜਾਊਗੀ।
ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਦਰਬਾਰ ਲੱਗਾ ਹੈ। ਮਹਾਂਪੁਰਸ਼ ਬ੍ਰਹਮ ਗਿਆਨੀ ਬਾਬਾ ਸ਼ਾਮ ਸਿੰਘ ਜੀ ਬੜਾ ਸੁੰਦਰ ਲਿਖਦੇ ਨੇ। ਉਹ ਕਹਿੰਦੇ ਨੇ ਜਦੋਂ ਸਤਿਗੁਰੂ ਸਰੀਰ ਛੱਡਣ ਲੱਗੇ ਹਜ਼ੂਰ ਸਾਹਿਬ, ਤਾਂ ਉਸ ਜਗ੍ਹਾ ਉੱਤੇ ਜਿਹੜੇ ਗੁਰਮੁਖ ਪਿਆਰਿਆਂ ਨੇ ਸੇਵਾ ਕੀਤੀ ਉਹਦੇ ਵਿੱਚ ਕਾਫੀ ਗੁਰਮੁਖਾਂ ਦੇ ਨਾਂ ਆਉਂਦੇ ਨੇ। ਇੱਕ ਗੁਰਮੁਖ ਪਿਆਰੇ ਸ਼੍ਰੀਮਾਨ ਸੰਤ ਰਾਮ ਸਿੰਘ ਜੀ, ਸੰਤ ਭਾਈ ਰਾਮ ਸਿੰਘ ਜੀ ਜਿਹੜੇ ਵਰਗਤ ਹੋਏ ਨੇ, ਉਹਨਾਂ ਦੇ ਦਾਦਾ ਜੀ ਬਾਬਾ ਗੁਰਬਖਸ਼ ਸਿੰਘ ਜੀ ਮਹਾਰਾਜ ਦੀ ਹਜ਼ੂਰੀ 'ਚ ਸੇਵਾ ਕਰਦੇ ਸਨ। ਇੱਕ ਹੋਰ ਵੀ ਸੱਜਣ ਸੇਵਾ ਕਰਦਾ ਸੀ। ਉਹਨੂੰ ਮਹਾਰਾਜ ਕਹਿਣ ਲੱਗੇ ਵੀ ਤੂੰ ਕੋਈ ਵਰ ਮੰਗ, ਤੇ ਨਾਲ ਹੀ ਇੱਕ ਸ਼ਰਤ ਲਾਤੀ। ਸ਼ਰਤ ਕਿਹੜੀ ਲਾਤੀ? ਕਿ ਜੇ ਤਾਂ ਸਿੱਖੀ ਚਾਹੀਦੀ ਆ ਫਿਰ ਮਾਇਆ ਨਹੀਂ ਮਿਲੇਗੀ, ਤੇ ਜੇ ਬਹੁਤੀ ਮਾਇਆ ਚਾਹੀਦੀ ਹੈ ਫਿਰ ਸਿੱਖੀ ਸਿਦਕ ਨਹੀਂ ਬਹੁਤਾ ਪ੍ਰਾਪਤ ਹੋਵੇਗਾ, ਨਾਮ ਮਾਤਰ ਸਿੱਖੀ ਮਿਲੇਗੀ। ਅਸੀਂ ਕਈ ਵਾਰੀ ਅੱਜ ਕੱਲ੍ਹ ਸੋਚਦੇ ਹਾਂ ਵੀ ਫਲਾਨਾ ਪ੍ਰਧਾਨ ਗੁਰਦੁਆਰੇ ਦਾ, ਫਲਾਨਾ ਸ਼੍ਰੋਮਣੀ ਅਕਾਲੀ ਦਲ ਦਾ ਲੀਡਰ, ਫਲਾਨਾ ਬੰਦਾ ਐਸ ਗੁਰਦੁਆਰੇ ਦਾ ਸੇਵਾਦਾਰ, ਪਰ ਉਹਦੇ ਬੱਚਿਆਂ ਨੇ ਕੇਸ ਕਟਾਏ। ਫਲਾਨਾ ਸਰਦਾਰ ਪੈਸਾ ਬੜਾ, ਪਰ ਪਰਿਵਾਰ 'ਚ ਸਿੱਖੀ ਦਾ ਨਾਂ ਤੱਕ ਨਹੀਂ। ਤਾਂ ਮਹਾਰਾਜ ਇਹ ਕਹਿ ਗਏ ਆ, 300 ਸਾਲ ਪਹਿਲਾਂ ਜਵਾਬ ਦੇ ਗਏ ਦਸਵੇਂ ਪਾਤਸ਼ਾਹ, ਜੇ ਬਹੁਤੀ ਮਾਇਆ ਲੈਣੀ ਆ ਫਿਰ ਸਿੱਖੀ ਨਾਮ ਦੀ ਮਿਲੂਗੀ, ਐਵੇਂ ਨਾਮ ਮਾਤਰ ਜੀ ਸਿੱਖੀ। ਤੇ ਨਾਮ ਮਾਤਰ ਸਿੱਖੀ ਫਿਰ ਦੇਖਣ ਨੂੰ ਮਿਲਦੀ ਆ, ਰਾਤ ਨੂੰ ਕਿੱਲੀ ਤੇ ਟੰਗੀ ਹੁੰਦੀ, ਸਵੇਰੇ ਫੇਰ ਪਾ ਲਈਦੀ ਹੈ। ਰਾਤ ਨੂੰ ਪੱਗ ਲਾ ਕੇ ਸਰਾਣੇ ਰੱਖੀ ਹੁੰਦੀ, ਸਵੇਰੇ ਉਸੇ ਤਰ੍ਹਾਂ ਟੋਪੀ ਵਾਂਗ ਫੇਰ ਪਾ ਕੇ ਆ ਜਾਈਦਾ। ਤਾਂ ਉਹ ਨਾਮ ਮਾਤਰ ਸਿੱਖੀ ਆ ਨਾ, ਉਹਦੇ ਬਿਨਾਂ ਕੰਮ ਨਹੀਂ ਚੱਲਣਾ। ਵੋਟਾਂ ਕਿੱਦਾਂ ਪੈਣਗੀਆਂ ਮੈਨੂੰ? ਇੰਨੀ ਕੁ ਤੇ ਮੈਨੂੰ ਰੱਖਣੀ ਪਊਗੀ ਨਾ ਲੋਕਾਂ ਨੂੰ ਵਿਖਾਉਣ ਵਾਸਤੇ, ਫੇਰ ਹੀ ਪਾਉਣਗੇ। ਨਾਮ ਮਾਤਰ ਸਿੱਖੀ। ਤਾਂ ਜਿਹੜੇ ਕਰਮ ਆ ਨਾ ਸਾਡੇ, ਇਹ ਅਸੀਂ ਕਰਮ ਹੀ ਇੱਦਾਂ ਦੇ ਕੀਤੇ। ਤਾਂ ਦਸਵੇਂ ਪਾਤਸ਼ਾਹ ਕਹਿੰਦੇ ਸਿੱਖਾ ਵਰ ਮੰਗ, ਪਰ ਸ਼ਰਤ ਵੇਖੋ ਕਿੱਦਾਂ ਦੀ ਲਾਈ। ਜੇ ਸਿੱਖੀ ਸਿਦਕ ਚਾਹੁੰਦਾ ਫਿਰ ਬਹੁਤੀ ਮਾਇਆ ਨਹੀਂ ਮਿਲੂਗੀ। ਇੱਥੇ ਬਹੁਤੀ ਦਾਸ ਕਹਿ ਰਿਹਾ, ਬਹੁਤੀ ਇਹ ਇੰਨੀ ਕੁ ਮਿਲੂਗੀ ਵੀ ਕੰਮ ਚੱਲਦਾ ਰਵੇ। ਇਹ ਨਹੀਂ ਵੀ ਤੂੰ ਕੋਠੇ ਭਰ ਭਰ ਕੇ ਜੋੜ ਜੋੜ ਕੇ ਰੱਖ ਲੈ। ਤੇ ਜੇ ਬਹੁਤੀ ਸਿੱਖੀ ਲੈਣੀ ਆ, ਸਿਦਕ ਲੈਣਾ, ਜਿਹੋ ਜਿਹਾ ਭਾਈ ਤਾਰੂ ਸਿੰਘ ਦਾ, ਜਿਹੋ ਜਿਹਾ ਭਾਈ ਮਨੀ ਸਿੰਘ, ਭਾਈ ਸਾਹਿਬ ਭਾਈ ਮਨੀ ਸਿੰਘ, ਬਾਬਾ ਦੀਪ ਸਿੰਘ ਜੀ, ਸੰਤ ਜਰਨੈਲ ਸਿੰਘ ਜੀ, ਕਹਿੰਦੇ ਸੰਤ ਵਿੱਚ ਤੇ ਆਮ ਬੰਦੇ 'ਚ ਕੀ ਫਰਕ ਹੁੰਦਾ? ਇੱਥੇ ਤੁਹਾਡੇ ਦਿੱਲੀ ਦੇ ਵਿੱਚ ਹੀ ਰਾਮਲੀਲਾ ਗਰਾਊਂਡ ਦੇ ਵਿੱਚ ਇਕੱਠ ਹੋਇਆ, ਕੋਈ 20-22 ਲੱਖ ਦਾ ਇਕੱਠ ਹੋਵੇਗਾ, 25 ਲੱਖ ਦਾ ਇਕੱਠ ਹੋਵੇਗਾ। ਇੰਡੀਆ ਦੀ ਪ੍ਰਧਾਨ ਮੰਤਰੀ ਬੀਬੀ ਇੰਦਰਾ ਗਾਂਧੀ ਮੱਥਾ ਟੇਕਣ ਆਉਂਦੀ ਹੈ। 9ਵੇਂ ਪਾਤਸ਼ਾਹ ਦਾ ਦਿਹਾੜਾ ਮਨਾਇਆ ਜਾ ਰਿਹਾ। ਸਾਰੇ ਜਾਣੇ ਉੱਠ ਕੇ ਖਲੋਗੇ, ਕਿਉਂ? ਜਦੋਂ ਮੋਹਤਬਾਰ ਸੱਜਣ ਉੱਠ ਕੇ ਖਲੋਗੇ, ਪੰਥਕ ਲੀਡਰ ਉੱਠ ਕੇ ਖਲੋਗੇ, ਰਾਜਨੀਤਿਕ ਲੀਡਰ ਉੱਠ ਕੇ ਖਲੋਗੇ, ਤਾਂ ਫਿਰ ਸੰਗਤ ਨੇ ਵੀ ਉੱਠ ਕੇ ਖਲੋ ਹੀ ਜਾਣਾ ਸੀ। ਇੱਕ ਜਾਣਾ ਬੈਠਾ ਰਿਹਾ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ। ਉਹ ਕੌਣ ਸੀ? ਸੰਤ ਬਾਬਾ ਕਰਤਾਰ ਸਿੰਘ ਜੀ। ਇਹ ਫਰਕ ਹੁੰਦਾ ਹੈ 25 ਲੱਖ ਦਾ ਤੇ ਇੱਕ ਸੰਤ ਦਾ। ਕਈ ਪੁੱਛਦੇ ਨਾ ਸੰਤ ਦਾ ਤੇ ਆਮ ਬੰਦੇ ਦਾ ਫਰਕ ਕੀ ਹੁੰਦਾ? ਆਹ ਫਰਕ ਹੁੰਦਾ ਹੈ। ਉਹ 20-25 ਲੱਖ ਦਾ ਪ੍ਰਭਾਵ ਨਹੀਂ ਮੰਨਦਾ, ਜਿਹਨੂੰ ਮਹਾਰਾਜ ਨੇ ਆਖਿਆ ਸੀ 1.25 ਲੱਖ ਸੇ ਏਕ ਲੜਾਊਂ ਤਬੈ ਗੋਬਿੰਦ ਸਿੰਘ। ਇਹ ਫਰਕ ਹੁੰਦਾ ਹੈ।
ਹੁਣ 10 ਬੰਦੇ ਖਲੋਤੇ ਹੋਣ, ਆਪਾਂ ਗੱਲ ਹੀ ਨਹੀਂ ਕਰਦੇ ਵੀ 10 ਜਾਣੇ ਆ ਬਈ, ਤੇ ਇੱਧਰ 20-25 ਲੱਖ ਦਾ ਇਕੱਠ ਹੋਵੇ ਤੇ ਸੰਤ ਸਾਰਿਆਂ 'ਚ ਖਲੋ ਕੇ ਗੱਲ ਕਰੇ ਵੀ ਗੁਰੂ ਗ੍ਰੰਥ ਸਾਹਿਬ ਤੋਂ ਕੋਈ ਵੱਡਾ ਨਹੀਂ ਹੁੰਦਾ। ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਕੋਈ ਵੀ ਆ ਜੇ ਉੱਠ ਕੇ ਨਹੀਂ ਖਲੋਈਦਾ। ਜੇ ਕਿਸੇ ਨੇ ਲੈਣ ਵੀ ਜਾਣਾ 5-7 ਬੰਦੇ ਜਾਓ, ਦਰਬਾਰ 'ਚੋਂ ਬਾਹਰ ਨਿਕਲੋ, ਬਾਹਰ ਚੱਲ ਜਾਓ, ਪਰ ਗੁਰੂ ਮਹਾਰਾਜ ਦੀ ਹਜ਼ੂਰੀ 'ਚ ਨਹੀਂ। ਗੁਰੂ ਮਹਾਰਾਜ ਤੋਂ ਵੱਡਾ ਕੋਈ ਰਾਜਨੀਤਿਕ ਨਹੀਂ, ਕੋਈ ਸੰਤ ਨਹੀਂ, ਕੋਈ ਸਾਧੂ ਨਹੀਂ। ਇਹ ਫਰਕ ਹੁੰਦਾ ਹੈ। ਤਾਂ ਮਹਾਰਾਜ ਕਹਿਣ ਲੱਗੇ, ਭਾਈ ਜੇ ਬਹੁਤੀ ਮਾਇਆ ਚਾਹੀਦੀ ਫਿਰ ਸਿੱਖੀ ਸਿਦਕ ਨਹੀਂ, ਨਾ ਮਾਤਰ ਐਵੇਂ ਸਿੱਖੀ ਦਾ ਲੇਸ਼ ਜਿਹਾ ਰਹੇਗਾ। ਤੇ ਜੇ ਸਿੱਖੀ ਸਿਦਕ ਚਾਹੀਦਾ ਫਿਰ ਮਾਇਆ ਬਹੁਤੀ ਨਹੀਂ ਆਊਗੀ, ਪਰ ਕੰਮ ਨਹੀਂ ਤੁਹਾਡੇ ਰੁਕਣਗੇ। ਇਹ ਮਹਾਂਪੁਰਸ਼ਾਂ ਦੇ ਜੀਵਨ 'ਚ ਆਉਂਦਾ ਹੈ। ਤਾਂ ਧੰਨ ਗੁਰੂ ਰਾਮਦਾਸ ਸਾਹਿਬ ਕਹਿੰਦੇ ਨੇ ਵੀ ਜਿਹੜੇ ਭਾਗਾਂ ਦੀ ਗੱਲ ਹੈ ਉਹ ਨਾਲ ਚੱਲੇਗੀ, ਪਰ ਕੋਈ ਤਰੀਕਾ ਹੈ ਕਿ ਆਹ ਲੋਕ ਵੀ ਸੁਖੀ ਹੋਵੇ ਤੇ ਪਰਲੋਕ ਵੀ ਸੁਖੀ ਹੋਵੇ। ਕਿਉਂ ਗੁਰਬਾਣੀ ਤੇ ਕਹਿੰਦੀ ਇਹ ਲੋਕ ਸੁਖੀਏ ਪਰਲੋਕ ਸੁਹੇਲੇ। ਜੇ ਸਿੱਖੀ ਨਾ ਰਹੀ ਤੇ ਅੱਗੇ ਧੱਕੇ ਖਾਵਾਂਗੇ, ਤੇ ਜੇ ਮਾਇਆ ਨਾ ਰਹੀ ਤੇ ਫਿਰ ਇੱਥੇ ਖਾਵਾਂਗੇ। ਚੱਕਰ ਤੇ ਫਿਰ ਉਹੀ ਹੀ ਰਹਿ ਗਿਆ। ਤਾਂ ਫਿਰ ਮਹਾਰਾਜ ਨੇ ਇੱਕ ਤਰੀਕਾ ਦੱਸਿਆ, ਉਹ ਕੀ? ਸੇਵਾ। ਉੱਥੇ ਖਲੋਤੇ ਸੀ ਸੰਤ ਭਾਈ ਗੁਰਬਖਸ਼ ਸਿੰਘ ਜੀ। ਮਹਾਰਾਜ ਕਹਿਣ ਲੱਗੇ ਤੁਸੀਂ ਮੰਗੋ। ਉਹ ਸਿੱਖ ਨੇ ਆਖਿਆ ਫਿਰ ਮਹਾਰਾਜ ਮੈਨੂੰ ਸਿਦਕੀ ਦਿਓ। ਪਹਿਲੇ ਸਿੱਖ ਨੇ ਆਖਿਆ ਫਿਰ ਸਿਦਕੀ ਦਿਓ। ਮਹਾਰਾਜ ਕਹਿੰਦੇ ਮਾਇਆ ਵੀ ਆਵੇਗੀ, ਕੰਮ ਨਹੀਂ ਰੁਕੇਗਾ ਤੇਰਾ, ਪਰ ਬਹੁਤੀ ਨਹੀਂ। ਪਰ ਜਦੋਂ ਸੰਤ ਭਾਈ ਗੁਰਬਖਸ਼ ਸਿੰਘ ਜੀ ਦੀ ਵਾਰੀ ਆਈ ਤਾਂ ਪਹਿਲਾਂ ਹੀ ਬਚਨ ਹੋ ਚੁੱਕਾ ਸੀ। ਕਹਿੰਦੇ ਮਹਾਰਾਜ ਮੈਨੂੰ ਵੀ ਮਾਇਆ ਦੀ ਲੋੜ ਨਹੀਂ, ਮੈਨੂੰ ਵੀ ਸਿੱਖੀ ਦਿਓ। ਤੇ ਮਹਾਰਾਜ ਹੱਸ ਕੇ ਕਹਿਣ ਲੱਗੇ, ਕਹਿੰਦੇ ਭਾਈ ਤੁਹਾਡੀ ਸੇਵਾ ਹੀ ਇੰਨੀ ਆ, ਤੁਹਾਨੂੰ ਸਿੱਖੀ ਵੀ ਦਿੱਤੀ ਤੇ ਮਾਇਆ ਵੀ ਦਿੱਤੀ, ਤੇ ਨਾਲ ਇੱਕ ਹੋਰ ਵਰ ਦਿੱਤਾ, ਤੁਹਾਡੇ ਪਰਿਵਾਰ ਦੇ ਵਿੱਚ ਮੇਰਾ ਸਿੱਖ ਜਨਮ ਲਵੇਗਾ। ਬ੍ਰਹਮ ਗਿਆਨੀ ਗੁਰੂ ਕਾ ਸਿੱਖ ਤੁਹਾਡੇ ਪਰਿਵਾਰ ਵਿੱਚ ਆਵੇਗਾ ਤੇ ਪੰਥ ਦੀ ਸੇਵਾ ਕਰੇਗਾ। ਉਹ ਕੌਣ ਸਨ? ਸੰਤ ਭਾਈ ਰਾਮ ਸਿੰਘ ਜੀ ਵਰਗਤ, ਸੇਵਾ ਪੰਥੀ ਮਹਾਂਪੁਰਸ਼, ਬ੍ਰਹਮ ਗਿਆਨੀ ਬਾਬਾ ਸ਼ਾਮ ਸਿੰਘ ਜੀ ਦੇ ਵੱਡੇ, ਜਿਨ੍ਹਾਂ 72 ਸਾਲ ਕੀਰਤਨ ਕੀਤਾ। ਸੋ ਇਹ ਕਿਹਦੇ ਵਿੱਚ ਬਰਕਤ ਹੈ? ਜਿਤੜੇ ਫਲ ਮਨ ਬਾਛੀਏ ਤਿਤੜੇ ਸਤਿਗੁਰ ਪਾਸ। ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ, ਨਾਨਕ ਦਾਸ ਮੁਖ ਤੇ ਜੋ ਬੋਲੇ ਇਹਾਂ ਉਹਾਂ ਸੱਚ ਹੋਵੇ। ਆਪੇ ਸਤਿਗੁਰ ਆਪ ਹਰ ਆਪੇ ਮੇਲ ਮਿਲਾਏ, ਆਪ ਦਇਆ ਕਰ ਮੇਲ ਸੀ ਗੁਰ ਸਤਿਗੁਰ ਪੀਛੇ ਪਾਏ। ਆਪ ਹੀ ਪਰਮੇਸ਼ਰ ਸਤਿਗੁਰੂ ਰੂਪ ਹੈ, ਆਪ ਹੀ ਜਗਿਆਸੂ ਰੂਪ ਹੈ, ਤੇ ਆਪ ਹੀ ਕਿਰਪਾ ਕਰਕੇ ਆਪਣੇ ਮੇਲ ਸੰਗਤ ਵਿੱਚ ਮਿਲਾਉਂਦਾ ਹੈ। ਆਪ ਹੀ ਪਰਮੇਸ਼ਰ ਦਇਆ ਕਰਕੇ ਗੁਰ ਪੂਜਨੀਕ ਸਤਿਗੁਰਾਂ ਦੇ ਪਿੱਛੇ ਪਾ ਦਿੰਦਾ ਹੈ ਕਿ ਇਹਨਾਂ ਦਾ ਖਹਿੜਾ ਨਹੀਂ ਛੱਡਣਾ, ਇਹਨਾਂ ਦੇ ਚਰਨ ਨਹੀਂ ਛੱਡਣੇ। ਸਭ ਜਗ ਜੀਵਨ ਜਗ ਆਪ ਹੈ, ਨਾਨਕ ਜਲ ਜਲ ਹੈ ਸਮਾਏ। ਸਾਰੇ ਸੰਸਾਰ ਦਾ, ਜਗਤ ਦਾ ਜੀਵਨ ਪ੍ਰਾਣ ਰੂਪ, ਆਧਾਰ ਰੂਪ, ਅਧਿਸ਼ਠਾਨ ਰੂਪ ਵੀ ਆਪ ਹੀ ਹੈ, ਤੇ ਜਗਤ ਇਹ ਸੰਸਾਰ ਰੂਪ ਵੀ ਉਹ ਆਪ ਹੀ ਹੈ। ਉਦਾਹਰਣ ਦਿੱਤੀ ਮਹਾਰਾਜ ਨੇ, ਜਿਵੇਂ ਜਲ ਜਲੈ ਸਮਾਏ। ਸਮੁੰਦਰ ਦੇ ਵਿੱਚੋਂ ਲਹਿਰਾਂ ਉੱਠਦੀਆਂ ਨੇ, ਜਦੋਂ ਵੱਖਰੀਆਂ ਨੇ ਉਦੋਂ ਵੀ ਪਾਣੀ ਹੈ, ਜਦੋਂ ਵਿੱਚ ਸੀ ਉਦੋਂ ਵੀ ਪਾਣੀ ਹੈ, ਤੇ ਜਦੋਂ ਨਹੀਂ ਵੀ ਸੀ ਉਦੋਂ ਸਮੁੰਦਰ ਰੂਪ ਹੋਣ ਕਰਕੇ ਉਦੋਂ ਵੀ ਪਾਣੀ ਸੀ। ਇੱਕ ਹੀ ਸੱਤਾ ਹੈ। ਮੋਹ ਕਰਕੇ ਸੰਸਾਰ ਦਿਖਦਾ ਹੈ, ਜਦੋਂ ਮੋਹ ਟੁੱਟ ਜਾਂਦਾ ਗੁਰੂ ਸਾਹਿਬ ਕਿਰਪਾ ਕਰ ਦਿੰਦੇ, ਫਿਰ ਸਾਰੀ ਜਗ੍ਹਾ ਤੇ ਹਰ ਥਾਂ ਤੇ ਨਿਰੰਕਾਰ ਦਿਖਣ ਲੱਗ ਪੈਂਦਾ ਹੈ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਆਪ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਸਿੰਘ ਸਾਹਿਬ ਜੀ ਦਾ ਧੰਨਵਾਦ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੂਹ ਸੇਵਾਦਾਰਾਂ ਦਾ ਧੰਨਵਾਦ। ਨੰਦਵੀਂ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਸ਼, ਤਿਨਾਂ ਦੀ ਹਾਜ਼ਰੀ ਪ੍ਰਵਾਨ ਕਰਨੀ ਜੀ। ਆਓ ਕਥਾ ਵਿਚਾਰ ਦੀ ਇੱਥੇ ਹੀ ਸਮਾਪਤੀ।
ਆਪ ਦਇਆ ਕਰ ਮੇਲ ਸੀ, ਗੁਰ ਸਤਿਗੁਰ ਪੀਛੇ ਪਾਏ। ਸਭ ਜਗ ਜੀਵਨ ਜਗ ਆਪ ਹੈ, ਨਾਨਕ ਜਲ ਜਲ ਹੈ ਸਮਾਏ। ਵਾਹਿਗੁਰੂ ਜੀ ਕਾ ਖਾਲਸਾ,